11 ਸਾਲ तक ਜਦੋਂ ਬੇਬੇ ਹੋਰਾਂ ਦੇ ਕੁੱਖੋਂ ਕੋਈ ਵੀ ਬੱਚਾ ਪੈਦਾ ਨਹੀਂ ਹੁੰਦਾ ਤਾਂ ਬੇਬੇ ਹੋਰੀ ਆਪ ਆਪਣੇ ਪਤੀ ਦਾ ਦੂਸਰਾ ਵਿਆਹ ਕਰਦੇ ਆ। ਬੇਬੇ ਹੋਰੀ ਦੱਸਦੇ ਆ ਕਿ ਮੇਰੇ ਬਾਪੂ ਜੀ ਦੇ ਵੀ 2 ਵਿਆਹ ਸੀ, ਦੋਹਾਂ ਵਿਆਹਾਂ ਤੋਂ ਕੋਈ ਵੀ ਮੇਰੇ ਬਾਪੂ ਦੇ ਪੁੱਤ ਨਾ ਹੋਇਆ, ਅਸੀਂ ਭੈਣਾਂ ਹੀ ਭੈਣਾਂ ਹੋਈਆਂ। ਤਾਂ ਬਚਪਨ 'ਚ ਹੀ ਮੇਰੇ ਬੇਬੇ ਬਾਪੂ ਦੀ ਮੌਤ ਹੋ ਜਾਂਦੀ ਹੈ ਤੇ ਸਾਨੂੰ ਸਾਰੀਆਂ ਭੈਣਾਂ ਨੂੰ ਨਾਨਕੇ ਪਾਲਦੇ ਆ ਤੇ ਮੇਰੇ ਪੇਕਿਆਂ ਦਾ ਦਰਵਾਜ਼ਾ ਹਮੇਸ਼ਾ ਲਈ ਬੰਦ ਹੋ ਜਾਂਦਾ ਤੇ ਮੈਨੂੰ ਉਹੀ ਡਰ ਸਤਾਉਣ ਲੱਗਿਆ ਕਿ ਮੇਰੇ ਕੁੱਖੋਂ ਵੀ ਕੋਈ ਬੱਚਾ ਨਹੀਂ ਪੈਦਾ ਹੋ ਰਿਹਾ ਕਿ ਮੇਰੇ ਸਹੁਰਿਆਂ ਦਾ ਦਰਵਾਜ਼ਾ ਵੀ ਮੇਰੇ ਪੇਕਿਆਂ ਵਾਂਗ ਹਮੇਸ਼ਾ ਲਈ ਬੰਦ ਨਾ ਹੋ ਜਾਏ। ਤਾਂ ਬੇਬੇ ਹੋਰੀ ਆਪਣੇ ਪਤੀ ਦੇ ਵਿਆਹ ਲਈ ਸੋਚਣ ਲੱਗ ਜਾਂਦੇ ਆ। ਪਰ ਬੇਬੇ ਹੋਰੀ ਦੱਸਦੇ ਹੈ ਕਿ ਸਾਡੇ ਰਿਸ਼ਤੇਦਾਰ ਤੇ ਮੇਰੀ ਸੱਸ ਮੇਰੇ ਪਤੀ ਦੇ ਦੂਸਰੇ ਵਿਆਹ ਦੇ ਖਿਲਾਫ ਸੀ। ਮੈਂ ਆਪ ਉਹਨਾਂ ਤੋਂ ਉੱਤੇ ਦੀ ਹੋ ਕੇ ਖੁਦ ਆਪਣੇ ਪਤੀ ਲਈ ਦੂਸਰੀ ਪਤਨੀ ਲੱਭਦੀ ਹਾਂ, ਆਪ ਆਪਣੇ ਪਤੀ ਦਾ ਆਪਣੇ ਹੱਥੀਂ ਵਿਆਹ ਤੇ ਸ਼ਗਨ ਕਰਦੀ ਹਾਂ। ਫਿਰ ਦੂਸਰੀ ਪਤਨੀ ਕੋਲ 2 ਧੀਆਂ ਤੇ 1 ਪੁੱਤ ਹੁੰਦਾ ਤੇ ਜਵਾਨੀ ਭਰ 'ਚ ਉਹ ਪੁੱਤ ਵੀ ਮੁੱਕ ਜਾਂਦਾ। ਫਿਰ ਮੇਰੇ ਕੋਲੇ ਮੇਰਾ ਪੋਤਾ ਤੇ ਮੇਰੇ ਦੋਤੇ ਤੇ ਮੇਰੀਆਂ ਧੀਆਂ ਰਹਿ ਜਾਂਦੀਆਂ। ਕਿਵੇਂ ਅੱਜ ਤੱਕ ਇਹ ਦੋਨੇ ਪਤਨੀਆਂ ਸਕੀਆਂ ਭੈਣਾਂ ਵਾਂਗ ਰਹੀਆਂ ਤੇ ਕਿਵੇਂ ਇਹਨਾਂ ਦੋਨਾਂ ਪਤਨੀਆਂ 'ਚ ਇੰਨਾ ਪਿਆਰ ਹੈ, ਇਹ ਸਾਰੀ ਕਹਾਣੀ ਅੱਜ ਤੁਹਾਨੂੰ ਦਿਖਾਵਾਂਗੇ। ਆਹ ਫੋਟੋ 'ਚ ਮਾਤਾ ਹੋਰੀ ਆਪ ਖੜਿਆ, ਇਹ ਦੂਸਰੇ ਭੈਣ ਹੋਰੀ ਨੇ ਤੇ ਇਹ ਭੈਣ ਹੋਰਾਂ ਦੇ ਫਾਦਰ ਸਾਹਿਬ ਨੇ। ਤੁਸੀਂ ਦੇਖ ਸਕਦੇ ਹੋ ਹਨਾ ਵੀ ਇਹਨਾਂ ਨੂੰ ਸਜਾਇਆ ਹੋਇਆ, ਇਹਨਾਂ ਦੇ ਗਲਾਂ 'ਚ ਹਾਰ ਪਾਏ ਹੋਏ ਆ, ਉਹ ਮਤਲਬ ਸਾਰੇ ਸ਼ਗਨ ਅੱਗੇ ਹੋ ਕੇ ਇਹਨਾਂ ਨੇ ਆਪ ਕਰੇ। ਉਹ ਮੰਮੀ ਜੀ ਹੁਣ ਦੱਸਣ ਦੇ ਮੁਤਾਬਕ ਕਿ ਜਿਹੜੇ ਮੇਰੇ ਨਾਨਾ ਜੀ ਸੀ ਉਹਨਾਂ ਦੇ ਪਹਿਲਾਂ ਫਸਟ ਮੈਰਿਜ ਹੁੰਦੀ ਆ, ਫਸਟ ਮੈਰਿਜ ਤੋਂ ਉਹਨਾਂ ਦੇ ਬੇਟੀਆਂ ਪੈਦਾ ਹੁੰਦੀਆਂ ਨੇ। ਫਿਰ ਪਹਿਲਾਂ ਜ਼ਮਾਨਾ ਇਸ ਤਰ੍ਹਾਂ ਸੀ ਕਿ ਬੇਟੇ ਦੀ ਵੀ ਜ਼ਿਆਦਾ ਅਗਲਾ ਝਾਕ ਕਰਦਾ ਸੀਗਾ। ਉਸ ਤੋਂ ਬਾਅਦ ਫਿਰ ਸੈਕਿੰਡ ਮੈਰਿਜ ਕੀਤੀ ਜਾਂਦੀ ਨਾਨਾ ਜੀ ਦੀ ਤੇ ਉਸ ਤੋਂ ਬਾਅਦ 20 ਬੇਟੀਆਂ ਹੀ ਪੈਦਾ ਹੁੰਦੀਆਂ ਨੇ। ਉਸ ਤੋਂ ਬਾਅਦ ਸੈਕਿੰਡ ਇਹ ਮੈਰਿਜ ਦੀਆਂ 4 ਸਿਸਟਰ ਸੀਗੀਆਂ, ਲੇਕਿਨ ਛੋਟੇ ਹੁੰਦੇ ਹੀ ਮੇਰੇ ਨਾਨਾ ਜੀ ਦੀ ਵੀ ਡੈਥ ਹੋ ਜਾਂਦੀ ਹੈ। ਪਹਿਲਾਂ ਤਾਂ ਨਾਨੀ ਜੀ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਫਿਰ ਨਾਨਾ ਜੀ ਦੀ ਵੀ ਡੈਥ ਹੋ ਜਾਂਦੀ ਹੈ। ਡੈਥ ਹੋਣ ਤੋਂ ਬਾਅਦ ਫਿਰ ਮੇਰੇ ਨਾਨਕਾ ਪਰਿਵਾਰ ਮੇਰੇ ਮੰਮੀ ਹੋਰਾਂ ਨੂੰ ਸਾਰਿਆਂ ਨੂੰ ਆਪਣੇ ਪਿੰਡ ਲੈ ਆਉਂਦੇ। ਉਸ ਤੋਂ ਬਾਅਦ ਜਿਹੜਾ ਮੇਰਾ ਅਸਲ ਨਾਨਕਾ ਪਰਿਵਾਰ ਸੀ ਉਹ ਬਿਲਕੁਲ ਖਾਲੀ ਹੋ ਚੁੱਕਿਆ ਸੀਗਾ, ਕਿਉਂਕਿ ਮਾਮਾ ਜੀ ਵੀ ਹੈ ਨਹੀਂ ਸੀ ਉੱਥੇ ਕੋਈ। 25 ਸਾਲ ਦੀ ਏਜ ਵਿੱਚ ਇਹਨਾਂ ਦੀ ਮੈਰਿਜ ਹੋ ਜਾਂਦੀ ਆ ਇੱਥੇ। ਜਦੋਂ ਇੱਥੇ ਮੇਰੇ ਵੱਡੇ ਮੰਮਾ ਦੀ ਮੈਰਿਜ ਹੋ ਜਾਂਦੀ ਆ ਤੇ ਫਿਰ ਇਹ 1-2 ਸਾਲ ਦੇਖਦੇ ਆ ਇਹਨਾਂ ਦੇ, ਫਿਰ ਨਵੀਂ ਪ੍ਰੋਬਲਮ ਉੱਥੋਂ ਕ੍ਰੀਏਟ ਹੁੰਦੀ ਜਦੋਂ ਇਹਨਾਂ ਦੇ ਬੱਚਾ ਨਹੀਂ ਪੈਦਾ ਹੁੰਦਾ। ਫਿਰ 1 ਸਾਲ 2 ਸਾਲ ਇਹ 11 ਸਾਲ ਬੱਚੇ ਲਈ ਵੇਟ ਕਰਦੇ ਆ। ਉਸ ਤੋਂ ਬਾਅਦ ਵੀ ਬੱਚਾ ਨਹੀਂ ਹੁੰਦਾ, ਫਿਰ ਇਹਨਾਂ ਦੇ ਮਨ 'ਚ ਡਰ ਸਤਾਉਣ ਲੱਗ ਜਾਂਦਾ ਕਿ ਕਿਤੇ ਕਿਸੇ ਤਰ੍ਹਾਂ ਜਿਵੇਂ ਮੇਰਾ ਪੇਕੇ ਪਰਿਵਾਰ ਦਾ ਦਰਵਾਜ਼ਾ ਬੰਦ ਹੋ ਗਿਆ, ਕਿਤੇ ਇੱਥੇ ਵੀ ਉਹੀ ਕੰਡੀਸ਼ਨ ਨਾ ਹੋਵੇ, ਉਸੇ ਤਰ੍ਹਾਂ ਹਾਲਾਤ ਨਾ ਪੈਦਾ ਹੋ ਜਾਣ। ਇਸ ਲਈ ਫਿਰ ਇਹਨਾਂ ਦੇ ਮਨ ਵਿੱਚ ਇੱਕ ਸਵਾਲ ਹਮੇਸ਼ਾ ਪਨਪਦਾ ਰਹਿੰਦਾ ਕਿ ਮੈਂ ਆਪਣੇ ਹਸਬੈਂਡ ਦੀ ਸੈਕਿੰਡ ਮੈਰਿਜ ਕਰਾਂ। ਲੇਕਿਨ ਇਹਨਾਂ ਦੇ ਦੱਸਣ ਮੁਤਾਬਕ ਜਦੋਂ ਇਹਨਾਂ ਨੇ ਗੱਲ ਸਟਾਰਟ ਕੀਤੀ ਸੈਕਿੰਡ ਮੈਰਿਜ ਦੀ, ਉਸ ਟਾਈਮ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਇਹਨਾਂ ਦਾ। ਖੁਦ ਮੇਰੇ ਪਾਪਾ ਵੀ ਵਿਰੋਧ ਕਰਦੇ ਸੀਗੇ ਇਸ ਚੀਜ਼ ਦਾ, ਸਾਰੇ ਰਿਸ਼ਤੇਦਾਰ ਵੀ ਕਰਦੇ ਸੀ, ਲੇਕਿਨ ਹੌਲੀ ਹੌਲੀ ਇਹਨਾਂ ਨੇ ਆਪਣੀ ਕੋਸ਼ਿਸ਼ ਨਹੀਂ ਛੱਡੀ ਤੇ 11 ਸਾਲ ਵੇਟ ਕਰਨ ਤੋਂ ਬਾਅਦ ਫਿਰ ਮੇਰੇ ਪਾਪਾ ਦੀ ਇਹ ਮੈਰਿਜ ਕਰ ਦਿੰਦੇ। ਆਪ ਕਰਦੇ ਆ ਵੀਰ ਜੀ, ਸਾਰਾ ਕੁਝ ਆਪ ਕਰਦੇ ਆ। ਸਾਰਾ ਉਹਨਾਂ ਦਾ ਜੋ ਮੈਰਿਜ ਦਾ ਕੁਝ ਵੀ ਆ, ਸ਼ਗਨ ਕੁਝ ਵੀ ਹੈ, ਕੱਪੜੇ ਲੈ ਕੇ ਆਣੇ, ਸ਼ਗਨ ਸਭ ਕੁਝ ਇਹਨਾਂ ਨੇ ਸਾਹਮਣੇ ਹੋ ਕੇ ਆਪਣੇ ਆਪ ਅੱਗੇ ਹੋ ਕੇ ਕੀਤਾ, ਕਿਉਂਕਿ ਇਹਨਾਂ ਦੇ ਮਨ 'ਚ ਇਹ ਸੀ ਕਿ ਜੇ ਮੈਂ ਹੁਣ ਅੱਗੇ ਲੱਗ ਗਈ ਤਾਂ ਸਾਡੇ ਘਰ ਦਾ ਬੂਹਾ ਖੁੱਲ੍ਹਾ ਰਹਿ ਜਾਏਗਾ, ਨਹੀਂ ਤਾਂ ਫਿਰ ਹਮੇਸ਼ਾ ਲਈ ਮੇਰੇ ਪੇਕੇ ਪਰਿਵਾਰ ਵਾਲਾ ਹੀ ਹਾਲ ਇੱਥੇ ਨਾ ਹੋਵੇ ਕਿਤੇ। ਉਸ ਟਾਈਮ 'ਚ ਵੀਰ ਜੀ ਜਿਹੋ ਜਿਹੇ ਵਿਆਹ ਹੁੰਦੇ ਸੀ ਸੇਮ ਉਹ ਟਾਈਮ ਦਾ ਉਸ ਟਾਈਪ ਦਾ ਵਿਆਹ ਕੀਤਾ ਘਰੇ, ਟੈਂਟ ਲੱਗਿਆ, ਸਭ ਕੁਝ ਹੋਇਆ ਪ੍ਰੋਪਰ ਮੈਰਿਜ ਵਾਂਗੂ। ਜਿਵੇਂ ਇਹਨਾਂ ਦੀ ਮੈਰਿਜ ਵੱਡੇ ਮੰਮਾ ਦੀ ਹੋਈ ਸੀ ਉਸੇ ਤਰ੍ਹਾਂ ਹੀ ਛੋਟੇ ਮੰਮਾ ਦੀ ਮੈਰਿਜ ਨਾਲ ਇਹਨਾਂ ਨੇ ਕਰਵਾਈ। ਮੂਰੇ ਇਹ ਲੱਗੇ ਹੋਏ, ਮੂਰੇ ਇਹ ਸੀਗੀ। ਮੈਂ ਇਹੀ ਸੋਚਿਆ ਵੀ ਸਾਡਾ ਜਦ ਦਰਵਾਜ਼ਾ ਬੰਦ ਹੋ ਗਿਆ ਪੇਕਿਆਂ ਦਾ, ਵੀ ਇਹ ਪੇਕੇ ਪਰਿਵਾਰ 'ਚ ਇੱਕ ਵੀ ਹੁੰਦਾ ਸਾਡਾ ਬੂਹਾ ਖੁੱਲ੍ਹਾ ਰਹਿੰਦਾ, ਇਹ ਵੀ ਬੂਹਾ ਬੰਦ ਹੋ ਜਾਊਗਾ। ਨਹੀਂ ਇੱਥੇ ਵੀ ਇਹ ਇਕੱਲਾ ਹੀ ਆ। ਜੇ ਮੇਰਾ ਦੇਰ ਹੁੰਦਾ ਫਿਰ ਸਾਨੂੰ ਕਰਨ ਦੀ ਲੋੜ ਨਹੀਂ ਸੀ ਪੈਣੀ। ਅੱਛਾ, ਤੁਹਾਡਾ ਘਰ ਵਾਲਾ ਵੀ ਇਕੱਲੇ ਸੀ? ਹਾਂ, ਇਕੱਲਾ ਹੀ ਸੀਗਾ। ਜੇ ਦੇਰ ਹੁੰਦਾ ਮੇਰਾ ਫਿਰ ਮੈਨੂੰ ਝਾਕੇ ਨਹੀਂ ਸੀ ਕਰਨੀ, ਇਸ ਕਾਰਨ ਮੈਨੂੰ ਇਹ ਕਰਨਾ ਪਿਆ। ਨਹੀਂ, ਵਿਆਹ ਕਰਨਾ ਹੀ ਕਰਨਾ ਹੈ। ਘਰ ਆਏ ਦਾ ਘਰ ਵਾਲਾ ਨਹੀਂ ਸੀ ਮੰਨਦਾ ਜਮਾਂ ਹੀ, ਉਹ ਕਹਿੰਦੇ ਸੀ ਨਹੀਂ ਕਰਨਾ ਧੱਕੇਸ਼ਾਹੀ ਤੇ ਕੀਤਾ। ਅੱਛਾ, ਉਹ ਕਦੇ ਸਰਦਾਰ ਸਾਹਿਬ ਨਾਲ ਬਹਿ ਕੇ ਇਹ ਗੱਲ ਹੋਈ ਤੁਹਾਡੀ ਵੀ ਮੈਂ ਤੁਹਾਡਾ ਦੂਸਰਾ ਵਿਆਹ ਕਰਨਾਗਾ, ਜਾਂ ਆਪਦੇ ਸਹੁਰੇ ਪਰਿਵਾਰ ਨਾਲ ਕਦੇ ਇਹ ਗੱਲ ਹੋਈ ਹੋਵੇ? ਸਹੁਰਾ ਵੀ ਕਹਿੰਦਾ ਸੀ ਚੱਲ ਕਰਦੀ ਆ ਮਨਜੀਤ ਕੁਰੇ ਕਰਦੇ ਭਾਈ, ਜੇ ਤੇਰੀ ਰਜਾ ਹੈ। ਤੁਹਾਨੂੰ ਕਹਿੰਦਾ? ਹਾਂਜੀ। ਤੁਸੀਂ ਦੱਸਦੇ ਤੁਹਾਡੀ ਸੱਸ ਵੀ ਤੁਹਾਡੇ ਖਿਲਾਫ ਸੀ? ਸੱਸ ਤਾਂ ਮੇਰੇ ਖਿਲਾਫ ਹੀ ਸੀ। ਅੱਛਾ, ਉਹ ਕੀ ਕਹਿੰਦੀ ਸੀ? ਉਹ ਕਹਿੰਦੀ ਨਹੀਂ ਕਰਨਾ, ਤੇ ਜਿਹੜਾ ਸਰਦਾਰ ਸੀ ਸਾਡਾ ਉਹ ਕਹਿੰਦਾ ਸੀ ਨਹੀਂ ਕਰਨਾ। ਅੱਛਾ। ਤੇ ਸਾਡੇ ਇੱਕ ਕਾਮਰੇਡ ਸੀ ਪਿੰਡ ਦੇ ਵਿੱਚ, ਉਹਨੂੰ ਆਖਿਆ ਮੈਂ ਕਾਮਰੇਡ ਇਹਨੂੰ ਸਮਝਾ, ਫਿਰ ਉਹਨੇ ਥੋੜਾ ਜਿਹਾ ਸਮਝਾਇਆ, ਫਿਰ ਉਹ ਲੈਣ ਤੇ ਲਿਆਂਦਾ। ਆਦੇ ਨਾਨਕਿਆਂ ਨੂੰ ਪੁੱਛਿਆ, ਮਾਮਿਆਂ ਨੂੰ ਪੁੱਛਿਆ, ਉਹ ਕਹਿੰਦੇ ਵੀ ਭਾਈ ਜੇ ਤੇਰੀ ਮਰਜ਼ੀ ਹੈ ਤੂੰ ਕਰ ਲੈ, ਫਿਰ ਇਹ ਕਰ ਲਿਆ। ਇਹਨਾਂ ਨੂੰ ਕੋਈ ਇਹ ਨਹੀਂ ਸੀ ਕਿ ਮੈਨੂੰ ਕੋਈ ਫਾਇਦਾ ਹੋਏਗਾ, ਸਿਰਫ ਇਹਨਾਂ ਨੂੰ ਇੰਨਾ ਸੀਗਾ ਕਿ ਸਾਡੇ ਬੱਚੇ ਖੁਦ ਦੇ ਹੋਣਗੇ, ਮੇਰੇ ਹਸਬੈਂਡ ਦਾ ਬਲੱਡ ਹੋਏਗਾ ਬਸ। ਕਿ ਸਾਨੂੰ ਕੋਈ ਜੇ ਅਸੀਂ ਕਿਸੇ ਬੱਚੇ ਦਾ ਪਿਆਰ ਕਰਾਂਗੇ, ਕੋਈ ਕੱਲ ਨੂੰ ਕਿਸੇ ਰਿਸ਼ਤੇਦਾਰ ਦਾ ਲੈਂਦੇ ਆ, ਉਹ ਕੱਲ ਨੂੰ ਵੱਡਾ ਹੋ ਗਿਆ ਉਹਨੂੰ ਪਤਾ ਲੱਗ ਗਿਆ ਉਹ ਸਾਡੇ ਕੋਲ ਚਲਾ ਜਾਏਗਾ,
ਦੱਸਦੇ ਆ ਬੇਬੇ ਜੀ ਹੈਗੇ ਆ ਜਿਹੜੇ ਆਪਣੇ ਪੁਰਾਣੇ ਆ, ਉਹ ਵੀ ਹੈਗੇ ਆਪਣੇ ਗੁਆਂਢ 'ਚ, ਉਹ ਦੱਸਦੇ ਆ ਕਿ ਇਹਨਾਂ ਦੇ ਮੱਥੇ ਤੇ ਇੱਕ ਸ਼ਿਕਨ ਵੀ ਹੈ ਨਹੀਂ ਸੀ ਇਸ ਚੀਜ਼ ਦੀ, ਕਿ ਈਵਨ ਕਿ ਇਹਨਾਂ ਨੂੰ ਖੁਸ਼ੀ ਸੀ ਕਿ ਸਾਡੇ ਘਰ 'ਚ ਕੋਈ ਨਵਾਂ ਮੈਂਬਰ ਆ ਰਿਹਾ, ਸਾਡੇ ਅੱਗੇ ਬੱਚੇ ਹੋਣਗੇ, ਇਸ ਤਰ੍ਹਾਂ ਅਸੀਂ ਬੱਚਿਆਂ 'ਚ ਰਵਾਂਗੇ। ਇੱਕ ਤੁਸੀਂ ਸਮਝ ਸਕਦੇ ਹੋ ਵੀ ਜਿਸ ਬੱਚੇ ਇਨਸਾਨ ਨੇ ਬੱਚੇ ਲਈ ਇੰਨੀ ਵੇਟ ਕੀਤੀ ਹੋਈ, ਉਹਨੂੰ ਬੱਚੇ ਦੀ ਕਿੰਨੀ ਭੁੱਖ ਹੁੰਦੀ ਹੈ, ਕਿਉਂਕਿ ਹੁਣ ਤੱਕ ਵੀ ਹੱਸਦੇ ਰਹਿੰਦੇ ਇਹਨਾਂ ਨੂੰ ਇਹ ਖੁਸ਼ੀ ਹੈ ਬਸ ਵੀ ਮੈਂ ਬੱਚੇ ਹੋ ਗਏ ਆਪਣੇ, ਹਮੇਸ਼ਾ ਵੀ ਬੱਚੇ ਮੇਰੇ ਖੁਦ ਦੇ ਬੱਚੇ ਹੈਗੇ, ਖੁਦ ਦੇ ਬੱਚੇ ਹੈਗੇ ਸਾਡੇ। ਕੀ ਬਾਤ। ਚਾਹੇ ਮੇਰੇ ਨਹੀਂ ਹੈਗੇ, ਮੇਰੇ ਆਦਮੀ ਦੇ ਹੈਗੇ ਆ। ਹਾਂ, ਇਹੀ ਖੁਸ਼ੀ ਹੈ ਇਹਨਾਂ ਨੂੰ। ਅਸੀਂ ਤਿੰਨੋਂ ਜੋ ਭੈਣ ਭਰਾ, ਇਹਨਾਂ ਦੇ ਸਰਟੀਫਿਕੇਟ ਤੇ ਸਾਡੇ ਨਾਮ ਚੱਲਦੇ ਆ, ਸਕੂਲ ਦੇ ਸਰਟੀਫਿਕੇਟ ਨੇ, ਕੁਝ ਵੀ ਕਾਲਜ ਦੇ, ਸਭ ਇਹਨਾਂ ਦਾ ਨਾਮ, ਇਹਨਾਂ ਦਾ ਤੇ ਪਾਪਾ ਦਾ ਨਾਮ ਚੱਲਦਾ, ਤੇ ਇਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਡਾ ਨਾਮ ਕਿਉਂ ਨਹੀਂ ਮੇਰਾ ਵਿੱਚ ਲਿਖਾਇਆ। ਇਹ ਕਹਿੰਦੇ ਇਹ ਮੇਰੇ ਵੱਡੇ ਸਿਸਟਰ ਨੇ, ਜੋ ਕਹਿਣਗੇ ਮੈਂ ਤਾਂ ਇਹਨਾਂ ਦੇ ਆਸਰੇ ਬੈਠੀ, ਜਿਵੇਂ ਕਹਿਣਗੇ ਤੇ ਮੈਨੂੰ ਸਭ ਮਨਜ਼ੂਰ ਹੈ। ਅੱਛਾ, ਤਿੰਨੇ ਭੈਣ ਭਰਾਵਾਂ ਦੇ ਸਰਟੀਫਿਕੇਟਾਂ ਤੇ ਮਾਤਾ ਦਾ ਨਾਮ ਇਹਨਾਂ ਦਾ? ਇਹਨਾਂ ਦਾ, ਹਾਂਜੀ। ਅੱਛਾ, ਜਿਹੜੀ ਮਾਂ ਨੇ ਕੁੱਖੋਂ ਜੰਮਿਆ ਉਹਨਾਂ ਦਾ ਨਾਮ? ਨਹੀਂ ਨਹੀਂ, ਬਿਲਕੁਲ ਨਹੀਂ। ਤੇ ਇੱਥੋਂ ਤੱਕ ਕਿ ਮੇਰੇ ਦਾਦੀ ਕਹਿੰਦੇ ਹੁੰਦੇ ਸੀ ਮੈਂ ਨਹੀਂ ਰੋਟੀ ਖਾਣੀ ਇਹਨਾਂ ਦੇ ਹੱਥ ਦੀ, ਛੋਟੇ ਮੰਮਾ ਦੀ, ਮੈਂ ਨਹੀਂ ਇਹਦੇ ਹੱਥ ਦੀ ਖਾਣੀ, ਮੈਂ ਉਹ ਤਾਂ ਹੀ ਫਿਰ ਵੱਡੇ ਮੰਮਾ ਕਹਿੰਦੇ ਜੇ ਤੁਸੀਂ ਇਹਨਾਂ ਦੇ ਹੱਥ ਦੀ ਨਹੀਂ ਖਾਣੀ ਫਿਰ ਤੁਸੀਂ ਨਾ ਖਾਓ, ਕੋਈ ਗੱਲ ਨਹੀਂ, ਬਾਕੀ ਤੁਸੀਂ ਦੇਖ ਲਓ ਕਿਵੇਂ ਕਰਨਾ, ਮੈਨੂੰ ਅੱਡ ਕਰ ਦਿਓ, ਮੈਨੂੰ ਅੱਡ ਕਰ ਦਿਓ, ਇਹ ਚੱਕਰ ਸੀਗਾ ਉਹਨਾਂ ਦਾ। ਫਿਰ ਉਹ ਚਲੋ ਭੂਆ ਜੀ ਹੁਣੀ ਲੈ ਗਏ ਸੀ ਬੇਬੇ ਨੂੰ, ਸਾਡੇ ਨੂੰ, ਦਾਦੀ ਜੀ ਨੂੰ, ਤੇ ਚਲੋ ਉੱਥੇ ਹੀ ਰਹੇ ਆ, ਉਹ ਚਲੇ ਗਏ, ਲੇਕਿਨ ਇਹਨਾਂ ਦੋਨਾਂ 'ਚ ਪੂਰਾ ਪਿਆਰ ਨਹੀਂ। ਅੱਛਾ, ਇਹਨਾਂ ਦੋਨਾਂ 'ਚ ਪੂਰਾ ਪਿਆਰ? ਹਾਂਜੀ। ਜਿਹੜੇ ਵੱਡੇ ਮੰਮਾ, ਇਹਨਾਂ ਦੀ ਇਹ ਥਿੰਕਿੰਗ, ਇਹ ਸੋਚਦੇ ਆ ਕਿ ਜਿਹੜੇ ਮੇਰੇ ਛੋਟੇ ਮੰਮਾ, ਇਹਨਾਂ ਦੇ ਸਿਰ ਤੋਂ ਸਾਡੀ ਜੜ ਚੱਲੀ ਹੈ, ਸਾਡਾ ਘਰ ਇਹਨਾਂ ਦੇ ਸਿਰ ਤੋਂ ਬੰਨਿਆ ਗਿਆ, ਨਹੀਂ ਅੱਜ ਇਸ ਘਰ ਵਿੱਚ ਨਾ ਤੁਸੀਂ ਬੈਠੇ ਹੋਣਾ ਸੀ ਨਾ ਅਸੀਂ ਬੈਠੇ ਹੋਣਾ ਸੀ, ਠੀਕ ਹੈ ਨਾ, ਤੇ ਇਹਨਾਂ ਦੇ ਸਿਰੋਂ ਅਸੀਂ ਅੱਜ ਇੱਥੇ ਬੈਠੇ ਹਾਂ, ਇਹਨਾਂ ਦੇ ਸਿਰ ਤੋਂ ਬੱਚੇ ਹੋਏ ਆ, ਇਹਨਾਂ ਦੀ ਜੜ੍ਹਾਂ, ਤੇ ਇਹ ਇਸ ਚੀਜ਼ ਦੀ ਰਿਸਪੈਕਟ ਕਰਦੇ ਆ। ਕੀ ਬਾਤ। ਅੱਛਾ ਭੈਣੇ, ਤੁਸੀਂ ਦੱਸਦੇ ਹੋ ਕਿ ਹਾਲਾਤ ਤੇ ਸੂਈਆਂ ਫਿਰ ਉਵੇਂ ਘੁੰਮਦੀਆਂ ਨੇ, ਹਨਾ, ਕਿ ਵਿਆਹ ਕਰਾਇਆ ਗਿਆ ਹੁੰਦਾ ਕਿ ਘਰ ਦੇ ਦਰਵਾਜ਼ੇ ਖੁੱਲੇ ਰਹਿਣਗੇ, ਧੀਆਂ ਤਾਂ ਚਲੋ ਦੋ ਹੁੰਦੀਆਂ ਨੇ, ਇੱਕ ਤੁਹਾਡਾ ਛੋਟਾ ਭਰਾ ਵੀ ਹੁੰਦਾ ਤੁਹਾਡੇ ਤੋਂ, ਹਨਾ, ਤੇ ਉਹ ਭਰਾ ਵੀ ਨਹੀਂ ਰਹਿੰਦਾ ਹੈਗਾ, ਉਹ ਭਰਾ ਦੀ ਵੀ ਮੌਤ ਹੋ ਜਾਂਦੀ ਹੈ। ਵੀਰ ਜੀ ਪਤਾ ਕੀ, ਇਹਨਾਂ ਨੇ ਜਿਸ ਚੀਜ਼ ਲਈ ਸਭ ਕੁਝ ਕੀਤਾ ਸੀ, ਉਸ ਚੀਜ਼ ਦਾ ਹੀ ਦੁਬਾਰਾ ਜੋ ਡਰ ਇਹਨਾਂ ਨੂੰ ਸਤਾ ਰਿਹਾ ਸੀ ਉਹੀ ਹੋਇਆ, ਕਿਉਂਕਿ ਸਮਾਂ ਬਹੁਤ ਬਲਵਾਨ ਹੈ, ਸਮਾਂ ਆਪਣੇ ਆਪਾਂ ਇਨਸਾਨ ਜੋ ਸੋਚਦਾ ਹਮੇਸ਼ਾ ਉਹੀ ਨਹੀਂ ਹੁੰਦਾ ਗਾ, ਉਹੀ ਚੀਜ਼ ਹੋਈ। 25 ਈਅਰਸ 'ਚ ਮੇਰੇ ਬ੍ਰਦਰ ਦੀ ਡੈਥ ਹੋ ਜਾਂਦੀ ਹੈ ਬ੍ਰੇਨ ਹੈਮਰੇਜ ਨਾਲ। ਗੱਲ ਕੀ ਗਨੀਮਤ ਇਸ ਸਮੇਂ ਉਹ ਮੈਰਿਡ ਸੀ, ਚਲੋ ਇੱਕ ਉਹਨਾਂ ਦਾ ਬੇਟਾ ਸੀਗਾ, ਇਹ ਸਾਡੇ ਕੋਲੇ ਹੁਣ ਅਸੀਂ ਬੇਸ਼ੱਕ ਇਹ ਦੋਨੋਂ ਰਹਿੰਦੇ ਮੰਮਾ, ਲੇਕਿਨ ਸਾਨੂੰ ਇਹ ਹੈਗਾ ਕਿ ਮੇਰੇ ਬ੍ਰਦਰ ਦੀ ਜੜ ਲੱਗੀ ਹੋਈ ਹੈ, ਉਹਨਾਂ ਦਾ ਬੇਟਾ ਤਾਂ ਹੈਗਾ ਹੀ, ਜਿਸ ਚੀਜ਼ ਲਈ ਇਹਨਾਂ ਨੇ ਮੈਰਿਜ ਕੀਤੀ ਸੀ ਪਾਪਾ ਦੀ, ਮੇਰੇ ਮੰਮਾ ਨੇ, ਉਹ ਚੀਜ਼ ਫਿਰ ਵੀ ਸਾਡੇ ਕੋਲੇ ਹਜੇ ਹੈਗੀ ਹੈ, ਉਮੀਦ ਹੈਗੀ ਹੈ ਸਾਡੇ ਕੋਲੇ, ਇੱਕ ਬੱਚਾ ਹੈਗਾ ਮੇਰੇ ਬ੍ਰਦਰ ਦਾ ਬੇਟਾ ਜੀ, ਐਂਡ ਤੇ ਬ੍ਰਦਰ ਤਾਂ ਰਿਹਾ ਨਹੀਂ ਚਲੋ, ਤੇ ਫਿਰ ਵੀ ਉਹਦੀ ਕੋਈ ਅੱਗੇ ਉਹਦਾ ਬੱਚਾ ਹੈਗਾ ਆਪਣੇ ਕੋਲ, ਨਿਸ਼ਾਨੀ ਹੈਗੀ ਆਪਣੇ ਕੋਲ, ਜਿਹਦੇ ਸਿਰ ਤੇ ਜੀ ਰਹੇ ਨੇ ਹੁਣ ਵੀ, ਨਹੀਂ ਤਾਂ ਇੱਕ ਜਵਾਨ ਬੇਟੇ ਦੀ ਡੈਥ ਹੋਣੀ, ਮੈਨੂੰ ਪਤਾ ਕਿ ਆਫਟਰ ਡੈਥ ਤੇ ਬ੍ਰਦਰ ਦੀ ਇਹਨਾਂ ਦਾ ਕੀ ਹਾਲ ਸੀ, ਬਹੁਤ ਜ਼ਿਆਦਾ ਬੁਰੇ ਹਾਲਾਤਾਂ ਚੋਂ ਵੀ ਗੁਜ਼ਰੇ, ਕਿਉਂਕਿ ਇੱਕ ਬੰਦਾ ਨਾ ਸਾਰੀ ਉਮਰ ਆਪਣਾ ਸਭ ਕੁਝ ਦੇ ਦਿੱਤਾ ਉਹਨਾਂ ਨੇ ਇੱਕ ਟਾਈਮ, ਸਿਰਫ ਕਿਹਦੇ ਲਈ, ਇੱਕ ਬੱਚੇ ਲਈ, ਲੇਕਿਨ ਜਦੋਂ ਉਹ ਬੱਚਾ ਹੀ ਨਹੀਂ ਘਰ 'ਚ ਰਿਹਾ, ਫਿਰ ਇਹ ਘਰ ਜਾਂ ਇਹ ਚੀਜ਼ਾਂ ਕਿਸ ਕੰਮ ਦੀਆਂ, ਬਹੁਤ ਜ਼ਿਆਦਾ ਟੁੱਟ ਗਏ ਸੀ ਇੱਕ ਟਾਈਮ ਅਸੀਂ ਸਾਰੇ ਜਾਣੇ। ਮੰਮਾ ਬਹੁਤ ਰੋਂਦੇ ਹੁੰਦੇ ਸੀ, ਇਹਨਾਂ ਦੀ ਈਵਨ ਕਹਿੰਦਾ ਕਿ ਅੱਖਾਂ ਵੀ ਖਰਾਬ ਹੋ ਚੁੱਕੀਆਂ ਨੇ ਰੋ ਰੋ ਕੇ, ਇਹਨਾਂ ਦੀ ਇੱਕ ਅੱਖ ਦੀ ਨਿਗਾਹ ਵੀ ਹੈ ਨਹੀਂ, ਇਹ ਜ਼ਿਆਦਾ ਰੋਂਦੇ ਹੁੰਦੇ ਸੀਗੇ, ਇਹਨਾਂ ਦਾ ਰੋਣਾ ਹੀ ਰੋਣਾ, ਇਹ ਵੀ ਜ਼ਿਆਦਾ ਰੋਂਦੇ ਹੁੰਦੇ ਸੀ। ਇੱਕ ਅੱਖ 'ਚ ਇਹਨਾਂ ਲੈਂਸ ਪਵਾਇਆ, ਫਿਰ ਮੈਂ ਬਾਅਦ ਵਿੱਚ ਇੱਕ ਅੱਖ ਦੀ ਨਿਗਾਹ ਖਰਾਬ ਹੋਣ ਲੱਗ ਗਈ ਸੀਗੀ ਰੋਣ ਕਰਕੇ, ਜ਼ਿਆਦਾ ਰੋਂਦੇ ਰਹਿੰਦੇ ਸੀ ਉਹ ਯਾਦ ਕਰਕੇ। ਕਦੇ ਆਪਸ ਵਿੱਚ ਤੁਹਾਡੀਆਂ ਤਾਰਾਂ ਜੁੜੀਆਂ ਸੀਗੀਆਂ, ਕਦੇ ਆਪਸ ਵਿੱਚ ਸਪਾਰਕ ਹੋਇਆ? ਇੰਨਾ ਕਿ ਹੋ ਜਾਂਦਾ ਸੀ ਵੀ ਤੂੰ ਆਹ ਕੰਮ ਨਹੀਂ ਕੀਤਾ ਹੈਗਾ, ਹਾਂ, ਵੀ ਕੀ ਗੱਲ ਬਈ ਇਹ ਕਰਨਾ ਸੀ। ਪਰ ਅੱਜ ਤੱਕ ਮੈਂ ਕਦੇ ਇਹਨਾਂ ਨੂੰ ਕਦੇ ਲੜਦੇ ਨਹੀਂ ਦੇਖਿਆ, ਕਦੇ ਵੀ ਕਿਸੇ ਗੱਲ ਤੋਂ ਕੋਈ ਦੋਨਾਂ ਨੂੰ ਆਪਸੇ ਕਦੇ ਲੜਦੇ ਨਹੀਂ ਦੇਖਿਆ ਕਿਸੇ ਗੱਲ ਨਹੀਂ, ਲੇਕਿਨ ਹਾਂ ਇੱਕ ਦੂਜੇ ਦਾ ਪਿਆਰ ਬਹੁਤ ਆ। ਇੱਕ ਨੂੰ ਕੋਈ ਥੋੜਾ ਜਿਹਾ ਖਾਂਸੀ ਵੀ ਹੋਈ ਨਹੀਂ ਨਾ, ਜਦੇ ਕਾਲ ਕਰ ਦਿੰਦੇ ਆ, ਜਲਦੀ ਆ ਤੇਰੀ ਮੰਮਾ ਨੂੰ ਆਏ ਹੋ ਗਿਆ। ਇਹ ਵੀਰ ਜੀ ਇਹ ਮੇਰਾ ਬੇਟਾ ਵਾ ਸੁਖਮਨਦੀਪ, ਇਹ +2 ਚ ਸਟੱਡੀ ਕਰ ਰਿਹਾ, ਤੇ ਆ ਮੇਰਾ ਭਤੀਜਾ ਜਸਕਰਨ ਸਿੰਘ, ਇਹ ਤੁਹਾਡੇ ਬ੍ਰਦਰ ਦਾ ਬੇਟਾ, ਇਹ 9th ਕਲਾਸ ਚ ਇਸ ਟਾਈਮ। ਇਹ ਚੀਜ਼ ਦਿਖਾਉਣ ਦਾ ਮਕਸਦ ਆਪਣਾ ਇਹ ਹੈ ਕਿ ਜਿਸ ਚੀਜ਼ ਲਈ ਮੰਮੀ ਹੋਣਾ ਨੇ ਕੀਤਾ ਸੀ, ਅੱਜ ਉਹ ਸਾਡੇ ਕੋਲ ਦੋਨੇ ਚੀਜ਼ਾਂ ਹੈਗੀਆਂ ਨੇ। ਆ ਸਾਡਾ ਪਰਿਵਾਰ ਬੈਠੇ ਆ, ਅਸੀਂ ਸਾਰੇ ਇਕੱਠੇ ਬੈਠੇ ਆ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਇਸ ਚੀਜ਼ 'ਚ, ਜੋ ਇਹਨਾਂ ਨੇ ਜਾਣੀ ਕਿ ਕਿਸੇ ਟਾਈਮ ਸਭ ਦਾ ਵਿਰੋਧ ਕਰਕੇ ਚੀਜ਼ ਨੂੰ, ਉਸ ਚੀਜ਼ ਨੂੰ ਇੱਕ ਬੂਟਾ ਲਾਇਆ ਸੀ, ਉਹ ਅੱਜ ਬੂਟੇ ਦੇ ਫਲ ਆ ਚੁੱਕੇ। ਇਹ ਸਾਡੇ ਵੱਡੇ ਮੰਮਾ ਨਾ ਹੁੰਦੇ ਤਾਂ ਅਸੀਂ ਵੀ ਅੱਜ ਇੱਥੇ ਨਾ ਹੁੰਦੇ। ਕਾਰਨ ਇਹੀ ਸੀ ਕਿ ਬਸ ਇਹਨਾਂ ਦੀ ਜਿੱਦ ਸੀ ਕਿ ਮੈਰਿਜ ਕਰਨੀ ਹੈ, ਲੇਕਿਨ ਉਹੀ ਜਿੱਦ ਨੇ ਦੇਖੋ, ਇਹ ਜਿੱਦ ਨਾ ਕਰਦੇ ਤਾਂ ਅਸੀਂ ਤਿੰਨੇ ਨਾ ਹੁੰਦੇ ਇੱਥੇ ਇਸ ਟਾਈਮ। ਅੱਜ ਅਸੀਂ ਇਹਨਾਂ ਦੀ ਜਿੱਦ ਦੇ ਮੁਤਾਬਕ ਅਸੀਂ 3 ਜਣੇ ਬੈਠੇ ਹਾਂ, 3 ਜ਼ਿੰਦਗੀਆਂ ਦਿੱਤੀਆਂ ਇਹਨਾਂ ਨੇ ਨਵੀਆਂ ਸਾਨੂੰ। ਅੱਛਾ, ਤੁਹਾਨੂੰ ਉਦੋਂ ਕਦੇ ਡਰ ਲੱਗਿਆ ਸੀਗਾ ਵੀ ਹੁਣ ਦੂਜਾ ਵਿਆਹ ਕਰ ਲਿਆ, ਜਨਾਨੀ ਘਰੇ ਇੱਕ ਨਹੀਂ ਮਾਣ ਹੁੰਦੀ, ਵੀ ਇਹ 2 ਹੋ ਗਈਆਂ, ਵੀ ਹੁਣ ਕਿਵੇਂ ਚੱਲੂਗਾ ਕੰਮ? ਉਹ ਤਾਂ ਫਿਰ ਤੈਨੂੰ ਪਤਾ ਹੀ ਆ, ਫਿਰ ਨਾ ਜਦ ਇਹ ਗੱਲਾਂ ਕੱਢ ਕੇ ਮਨ ਦੇ ਵਿੱਚੋਂ ਇਹ ਕੀਤਾ ਸੀਗਾ ਕੰਮ, ਵੀ ਚਾਹੇ ਆਰ ਲੱਗੇ ਚਾਹੇ ਪਾਰ ਲੱਗੇ ਕੰਮ ਕਰਨਾ ਹੈ। ਇਹ ਕੰਮ ਕਰ ਮੇਰੀ ਇਹ ਜਿੱਦ ਸੀ। ਅੱਛਾ, ਜਿੱਦ ਸੀ? ਹਾਂ, ਜਿੱਦ ਸੀ ਮੇਰੀ ਇਹ।
ਦੋ ਪਤਨੀਆਂ ਜਿਹੜੀਆਂ ਇੱਕ ਘਰ ਦੇ ਵਿੱਚ ਰਹਿੰਦੀਆਂ ਨੇ। ਇਹ ਜੋ ਸਾਹਮਣੇ ਤਸਵੀਰ ਦੇਖ ਰਹੇ ਹੋ, ਬੇਬੇ ਹੋਰਾਂ ਨੇ ਆਪ ਆਪਣੇ ਪਤੀ ਦਾ ਦੂਸਰਾ ਵਿਆਹ ਕਰਿਆ। ਜਦੋਂ ਘਰ ਦੇ ਵਿੱਚ ਕੋਈ ਵੀ ਔਲਾਦ ਪੈਦਾ ਨਾ ਹੋਈ ਤਾਂ ਬੇਬੇ ਹੋਰੀ ਆਪਣੇ ਸਹੁਰਾ ਪਰਿਵਾਰ ਨਾਲ ਅੜ ਕੇ ਆਪਣੇ ਪਤੀ ਦਾ ਦੂਸਰਾ ਵਿਆਹ ਕਰਦੇ ਆ। ਬਹੁਤ ਸਾਰੇ ਲੋਕ ਰਿਸ਼ਤੇਦਾਰ ਇਹ ਗੱਲ ਦਾ ਵਿਰੋਧ ਕਰਦੇ ਹੁੰਦੇ ਆ ਕਿ ਤੂੰ ਆਪਣਾ ਘਰ ਆਪ ਪੱਟਣ ਲੱਗੀ ਹੋਈ ਹੈ, ਪਰ ਬੇਬੇ ਹੋਰੀ ਕਹਿੰਦੇ ਆ ਕਿ ਘਰ ਦੇ ਵਿੱਚ ਕੋਈ ਬੱਚਾ ਤਾਂ ਹੋਣਾ ਹੀ ਚਾਹੀਦਾ। ਤਾਂ ਫਿਰ ਉਹ ਵਿਆਹ ਤੋਂ ਦੋ ਬੇਟੀਆਂ ਪੈਦਾ ਹੁੰਦੀਆਂ ਨੇ ਤੇ ਇੱਕ ਬੇਟਾ ਪੈਦਾ ਹੁੰਦਾ। ਪਿੱਛੇ ਦੀ ਕੀ ਸਾਰੀ ਕਹਾਣੀ ਰਹਿੰਦੀ ਹੈ। ਬੇਬੇ ਹੋਰੀ ਇਹ ਗੱਲ ਵੀ ਦੱਸਦੇ ਆ ਕਿ ਮੈਂ ਆਪਣੇ ਘਰ ਵਾਲੇ ਲਈ ਕੱਪੜੇ ਤੱਕ ਖੁਦ ਖਰੀਦੇ। ਮੇਰੀ ਸਾਸੂ ਮਾਂ ਜਾਣੀ ਮੇਰੀ ਸੱਸ ਇਹ ਗੱਲ ਦੇ ਖਿਲਾਫ ਸੀ ਤੇ ਬਹੁਤ ਸਾਰੇ ਰਿਸ਼ਤੇਦਾਰ ਵੀ ਇਹ ਗੱਲ ਦੇ ਖਿਲਾਫ ਸੀਗੇ। ਉਹ ਰਿਸ਼ਤੇਦਾਰ ਕਈ ਇਹ ਕਹਿੰਦੇ ਸੀ ਕਿ ਤੁਸੀਂ ਸਾਡੇ ਬੱਚੇ ਰੱਖ ਲਓ, ਤੁਸੀਂ ਦੂਸਰਾ ਵਿਆਹ ਕਿਉਂ ਕਰਾਉਣਾ, ਕਿਉਂਕਿ ਜ਼ਮੀਨ ਜਾਇਦਾਦ ਹੈਗੀ ਸੀ ਇਹ ਪਰਿਵਾਰ ਕੋਲੇ। ਪਰ ਬੇਬੇ ਹੋਰੀ ਕਹਿੰਦੇ ਸੀ ਸਾਡਾ ਆਪਣਾ ਬੱਚਾ ਹੋਊਗਾ, ਸਾਡਾ ਆਪਣਾ ਖੂਨ ਹੋਊਗਾ ਤਾਂ ਚੰਗੀ ਗੱਲ ਆ। ਤਾਂ ਜਦੋਂ ਬੇਬੇ ਹੋਰੀ ਆਪਣੇ ਘਰ ਵਾਲੇ ਦਾ ਦੂਸਰਾ ਵਿਆਹ ਕਰ ਦਿੰਦੇ ਆ ਤਾਂ ਦੋਨੇ ਪਤਨੀਆਂ ਦੋਨੇ ਸਕੀਆਂ ਭੈਣਾਂ ਵਾਂਗੂ ਰਹਿੰਦੀਆਂ ਨੇ। ਕੋਈ ਉਹਨਾਂ 'ਚ ਸੌਕਣ ਵਾਲੀ ਗੱਲ ਜਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਸੌਕਣਾਂ ਰਲ ਕੇ ਇਕੱਠੀਆਂ ਨਹੀਂ ਰਹਿ ਸਕਦੀਆਂ, ਪਰ ਇਹ ਪਰਿਵਾਰ ਦੇ ਵਿੱਚ ਇਹ ਗੱਲ ਦੇਖਣ ਨੂੰ ਨਹੀਂ ਮਿਲੀ। ਭੈਣ ਹੋਰੀ ਦੱਸਦੇ ਜਾਣੀ ਉਹ ਮਾਤਾ ਹੋਰਾਂ ਦੇ ਬੇਟੀ ਜੀ ਦੱਸਦੇ ਆ ਕਿ ਮੇਰੀਆਂ ਦੋਨੇ ਮਾਤਾਵਾਂ ਦਾ ਇੱਕ ਦੂਜੀ ਬਿਨਾਂ ਦਿਲ ਨਹੀਂ ਲੱਗਦਾ। ਜੇ ਇੱਕ ਕਿਸੇ ਪਾਸੇ ਚਲੀ ਜਾਂਦੀ ਹੈ ਤਾਂ ਦੂਸਰੀ ਉਹਨੂੰ ਫੋਨ ਕਰਕੇ ਬੁਲਾਉਂਦੀ ਆ। ਕਿਵੇਂ ਇਹ ਪਿਆਰ ਤਫਾਕ ਨਾਲ ਇਹ ਦੋਨੇ ਮਾਤਾਵਾਂ ਰਹਿੰਦੀਆਂ ਨੇ। ਕਿਵੇਂ ਮਾਤਾ ਹੋਰੀ ਇਹ ਸੋਚਦੇ ਆ ਕਿ ਮੈਂ ਆਪਣੇ ਪਤੀ ਦਾ ਦੂਸਰਾ ਵਿਆਹ ਖੁਦ ਕਰਦੀ ਹਾਂ, ਆਪਦੇ ਹੱਥੀਂ ਕਰਦੀ ਹਾਂ। ਕਿਵੇਂ ਇਹ ਗੱਲ ਸੀਨੇ ਤੇ ਜਰ ਕੇ ਮਾਤਾ ਹੋਰੀ ਵਿਆਹ ਕਰਦੇ ਆ, ਇਹ ਸਾਰੀ ਕਹਾਣੀ ਅੱਜ ਤੁਹਾਨੂੰ ਦਿਖਾਵਾਂਗੇ। ਮੇਰੇ ਨਾਲ ਮਾਤਾ ਮਨਜੀਤ ਕੌਰ ਹੋਰੀ ਤੇ ਮਾਤਾ ਰਣਜੀਤ ਕੌਰ ਹੋਰੀ, ਉਧਰਲੇ ਪਾਸੇ ਉਹਨਾਂ ਦੇ ਬੇਟੀ ਹਰਪ੍ਰੀਤ ਕੌਰ ਹੋਰੀ ਮੌਜੂਦ ਨੇ। ਗੱਲਬਾਤ ਇਹਨਾਂ ਦੇ ਸਾਰੇ ਪਰਿਵਾਰ ਨਾਲ ਕਰਾਂਗੇ। ਅੱਛਾ ਭੈਣੇ, ਤੁਹਾਡੀ ਮਾਤਾ ਹੋਰੀ ਦੱਸਦੇ ਆ ਵੀ ਤੁਹਾਡੇ ਮਾਤਾ ਹੋਰਾਂ ਦੇ ਕੋਈ ਭਰਾ ਨਹੀਂ ਸੀਗਾ, ਤੁਹਾਡੇ ਨਾਨਾ ਜੀ ਹੋਰਾਂ ਦੇ ਵੀ 2 ਵਿਆਹ ਕੀਤੇ ਜਾਂਦੇ ਆ ਤੇ ਉਹ ਵਿਆਹ 'ਚੋਂ ਵੀ ਕੋਈ ਪੁੱਤ ਪੈਦਾ ਨਹੀਂ ਹੁੰਦਾ, 6 ਧੀਆਂ ਪੈਦਾ ਹੁੰਦੀਆਂ ਨੇ। ਇਹ ਕੀ ਤੁਹਾਡੇ ਨਾਨਕੇ ਪਰਿਵਾਰ ਦੀ ਕਹਾਣੀ ਰਹਿੰਦੀ ਹੈ, ਇਹ ਦੱਸਿਓ। ਹਾਂਜੀ ਵੀਰ ਜੀ, ਮੰਮੀ ਜੀ ਹੁਣ ਦੱਸਣ ਦੇ ਮੁਤਾਬਕ ਕਿ ਜਿਹੜੇ ਮੇਰੇ ਨਾਨਾ ਜੀ ਸੀ ਉਹਨਾਂ ਦੇ ਪਹਿਲਾਂ ਫਸਟ ਮੈਰਿਜ ਹੁੰਦੀ ਆ। ਫਸਟ ਮੈਰਿਜ ਤੋਂ ਉਹਨਾਂ ਦੇ ਬੇਟੀਆਂ ਪੈਦਾ ਹੁੰਦੀਆਂ ਨੇ। ਫਿਰ ਉਹ ਪਹਿਲਾਂ ਜ਼ਮਾਨਾ ਇਸ ਤਰ੍ਹਾਂ ਸੀ ਕਿ ਬੇਟੇ ਦੀ ਵੀ ਜ਼ਿਆਦਾ ਅਗਲਾ ਝਾਕ ਕਰਦਾ ਸੀਗਾ। ਉਸ ਤੋਂ ਬਾਅਦ ਫਿਰ ਸੈਕਿੰਡ ਮੈਰਿਜ ਕੀਤੀ ਜਾਂਦੀ ਨਾਨਾ ਜੀ ਦੀ ਤੇ ਉਸ ਤੋਂ ਬਾਅਦ 20 ਬੇਟੀਆਂ ਹੀ ਪੈਦਾ ਹੁੰਦੀਆਂ ਨੇ। ਉਸ ਤੋਂ ਕੁਝ ਟਾਈਮ ਬਾਅਦ ਚਲੋ ਮੰਮਾ ਜੀ ਛੋਟੇ ਹੁੰਦੇ ਆ, ਇਹਨਾਂ ਦੀ ਸਿਸਟਰ ਹੁੰਦੀਆਂ ਸਾਰੀਆਂ ਵੱਡੀਆਂ। 2 ਜਿਹੜੀ ਸਿਸਟਰ ਸੀਗੀਆਂ ਪਹਿਲਾਂ ਮੈਰਿਜ ਦੀਆਂ, ਉਹਨਾਂ ਦੀ ਮੈਰਿਜ ਹੋ ਜਾਂਦੀ ਆ। ਉਸ ਤੋਂ ਬਾਅਦ ਸੈਕਿੰਡ ਇਹ ਮੈਰਿਜ ਦੀਆਂ 4 ਸਿਸਟਰ ਸੀਗੀਆਂ, ਉਹਨਾਂ ਦੀ ਮੈਰਿਜ ਹਜੇ ਹੋਈ ਨਹੀਂ ਸੀਗੀ। ਲੇਕਿਨ ਛੋਟੇ ਹੁੰਦੇ ਹੀ ਮੇਰੇ ਨਾਨਾ ਜੀ ਦੀ ਵੀ ਡੈਥ ਹੋ ਜਾਂਦੀ ਹੈ। ਪਹਿਲਾਂ ਤਾਂ ਨਾਨੀ ਜੀ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਫਿਰ ਨਾਨਾ ਜੀ ਦੀ ਵੀ ਡੈਥ ਹੋ ਜਾਂਦੀ ਹੈ। ਡੈਥ ਹੋਣ ਤੋਂ ਬਾਅਦ ਫਿਰ ਮੇਰੇ ਨਾਨਕਾ ਪਰਿਵਾਰ ਮੇਰੇ ਮੰਮੀ ਹੋਣਾ ਨੂੰ ਸਾਰਿਆਂ ਨੂੰ ਆਪਣੇ ਪਿੰਡ ਲੈ ਆਉਂਦਾ ਇੱਥੇ ਮਲਕਪੁਰ। ਜਦੋਂ ਫਿਰ ਮੇਰੇ ਨਾਨਾ ਜੀ ਦੀ ਵੀ ਬਾਅਦ ਵਿੱਚ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਮੇਰਾ ਅਸਲ ਨਾਨਕਾ ਪਰਿਵਾਰ ਸੀ ਉਹ ਬਿਲਕੁਲ ਖਾਲੀ ਹੋ ਚੁੱਕਿਆ ਸੀਗਾ, ਕਿਉਂਕਿ ਮਾਮਾ ਜੀ ਵੀ ਹੈ ਨਹੀਂ ਸੀ ਉੱਥੇ ਕੋਈ। ਤੇ ਉਸ ਤੋਂ ਬਾਅਦ ਫਿਰ ਛੋਟੇ ਸੀ ਮੇਰੇ ਮੰਮਾ ਹੋਣੀ ਤੇ ਇਹਨਾਂ ਨੂੰ ਫਿਰ ਇਹਨਾਂ ਨੇ ਨਾਨਕੇ ਮਲਕਪੁਰ ਇੱਥੇ ਮੇਰੇ ਨਾਨਕੇ ਨੇ। ਹੁਣ ਜਿਹੜੇ ਮੰਮਾ ਜੀ ਤੇ ਨਾਨਕੇ ਨੇ ਮੇਰੇ ਨਾਨੀ ਜੀ ਦੇ ਪੇਕੇ, ਉਹ ਮੇਰੇ ਮੰਮਾ ਜੀ ਹੋਣਾ ਨੂੰ ਇੱਥੇ ਮਲਕਪੁਰ ਲੈ ਆਉਂਦੇ ਆ। ਉਹਨਾਂ ਨੇ ਇਹਨਾਂ ਨੂੰ ਪਾਲਿਆ, ਵੱਡੇ ਕੀਤਾ ਤੇ ਇਹਨਾਂ ਪੜ੍ਹਾਇਆ ਲਿਖਾਇਆ, ਇਹਨਾਂ ਨੂੰ ਸਾਰੀਆਂ ਭੈਣਾਂ ਨੂੰ ਸੈਟਲ ਕੀਤਾ, ਉਹਨਾਂ ਨੇ ਸੈਟਲ ਕੀਤਾ ਵਾ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਦੋਂ ਮੈਰਿਜ ਦਾ ਟਾਈਮ ਹੁੰਦਾ ਵਾ ਇਹਨਾਂ ਦੀ ਮੈਰਿਜ ਕਰਦੇ ਆ। 25 ਸਾਲ ਦੀ ਏਜ ਵਿੱਚ ਇਹਨਾਂ ਦੀ ਮੈਰਿਜ ਹੋ ਜਾਂਦੀ ਆ ਇੱਥੇ। ਜਦੋਂ ਇੱਥੇ ਮੇਰੇ ਵੱਡੇ ਮੰਮਾ ਦੀ ਮੈਰਿਜ ਹੋ ਜਾਂਦੀ ਆ ਤੇ ਫਿਰ ਇਹ 1-2 ਸਾਲ ਦੇਖਦੇ ਆ ਇਹਨਾਂ ਦੇ। ਫਿਰ ਨਵੀਂ ਪ੍ਰੋਬਲਮ ਉੱਥੋਂ ਕ੍ਰੀਏਟ ਹੁੰਦੀ ਜਦੋਂ ਇਹਨਾਂ ਦੇ ਬੱਚਾ ਨਹੀਂ ਪੈਦਾ ਹੁੰਦਾ। ਫਿਰ 1 ਸਾਲ 2 ਸਾਲ ਇਹ 11 ਸਾਲ ਬੱਚੇ ਲਈ ਵੇਟ ਕਰਦੇ ਆ। ਉਸ ਤੋਂ ਬਾਅਦ ਵੀ ਬੱਚਾ ਨਹੀਂ ਹੁੰਦਾ, ਫਿਰ ਇਹਨਾਂ ਦੇ ਮਨ 'ਚ ਡਰ ਸਤਾਉਣ ਲੱਗ ਜਾਂਦਾ ਕਿ ਕਿਤੇ ਕਿਸੇ ਤਰ੍ਹਾਂ ਜਿਵੇਂ ਮੇਰਾ ਪੇਕੇ ਪਰਿਵਾਰ ਦਾ ਦਰਵਾਜ਼ਾ ਬੰਦ ਹੋ ਗਿਆ, ਕਿਤੇ ਇੱਥੇ ਵੀ ਉਹੀ ਕੰਡੀਸ਼ਨ ਨਾ ਹੋਵੇ, ਉਸੇ ਤਰ੍ਹਾਂ ਹਾਲਾਤ ਨਾ ਪੈਦਾ ਹੋ ਜਾਣ ਤੇ ਸਾਨੂੰ ਵੀ ਕਿਤੇ ਕੋਈ ਕੀ ਪਤਾ ਸਾਨੂੰ ਕੋਈ ਬੁਢਾਪੇ ਵਿੱਚ ਸੰਭਾਲੇ ਜਾਂ ਨਾ ਸੰਭਾਲੇ। ਇਸ ਲਈ ਫਿਰ ਇਹਨਾਂ ਦੇ ਮਨ ਵਿੱਚ ਇੱਕ ਸਵਾਲ ਹਮੇਸ਼ਾ ਪਨਪਦਾ ਰਹਿੰਦਾ ਕਿ ਮੈਂ ਆਪਣੇ ਹਸਬੈਂਡ ਦੀ ਸੈਕਿੰਡ ਮੈਰਿਜ ਕਰਾਂ। ਲੇਕਿਨ ਇਹਨਾਂ ਦੇ ਦੱਸਣ ਮੁਤਾਬਕ ਜਦੋਂ ਇਹਨਾਂ ਨੇ ਗੱਲ ਸਟਾਰਟ ਕੀਤੀ ਸੈਕਿੰਡ ਮੈਰਿਜ ਦੀ, ਉਸ ਟਾਈਮ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਇਹਨਾਂ ਦਾ। ਖੁਦ ਮੇਰੇ ਪਾਪਾ ਵੀ ਵਿਰੋਧ ਕਰਦੇ ਸੀਗੇ ਇਸ ਚੀਜ਼ ਦਾ, ਸਾਰੇ ਰਿਸ਼ਤੇਦਾਰ ਵੀ ਕਰਦੇ ਸੀ। ਲੇਕਿਨ ਹੌਲੀ ਹੌਲੀ ਇਹਨਾਂ ਨੇ ਆਪਣੀ ਕੋਸ਼ਿਸ਼ ਨਹੀਂ ਛੱਡੀ ਤੇ 11 ਸਾਲ ਵੇਟ ਕਰਨ ਤੋਂ ਬਾਅਦ ਫਿਰ ਮੇਰੇ ਪਾਪਾ ਦੀ ਇਹ ਮੈਰਿਜ ਕਰ ਦਿੰਦੇ ਆ। ਆਪ ਕਰਦੇ ਆ ਵੀਰ ਜੀ, ਸਾਰਾ ਕੁਝ ਆਪ ਕਰਦੇ ਆ। ਸਾਰਾ ਉਹਨਾਂ ਦਾ ਜੋ ਮੈਰਿਜ ਦਾ ਕੁਝ ਵੀ ਆ, ਸ਼ਗਨ ਕੁਝ ਵੀ ਹੈ, ਕੱਪੜੇ ਲੈ ਕੇ ਆਣੇ, ਸ਼ਗਨ ਸਭ ਕੁਝ ਇਹਨਾਂ ਨੇ ਸਾਹਮਣੇ ਹੋ ਕੇ ਆਪਣੇ ਆਪ ਅੱਗੇ ਹੋ ਕੇ ਕੀਤਾ। ਕਿਉਂਕਿ ਇਹਨਾਂ ਦੇ ਮਨ 'ਚ ਇਹ ਸੀ ਕਿ ਜੇ ਮੈਂ ਹੁਣ ਅੱਗੇ ਲੱਗ ਗਈ ਤਾਂ ਸਾਡੇ ਘਰ ਦਾ ਬੂਹਾ ਖੁੱਲਾ ਰਹਿ ਜਾਏਗਾ, ਨਹੀਂ ਤਾਂ ਫਿਰ ਹਮੇਸ਼ਾ ਲਈ ਮੇਰੇ ਪੇਕੇ ਪਰਿਵਾਰ ਵਾਲਾ ਹੀ ਹਾਲ ਇੱਥੇ ਨਾ ਹੋਵੇ ਕਿਤੇ। ਅੱਛਾ ਬੇਬੇ, ਇਹ ਫੈਸਲਾ ਤੁਸੀਂ ਕਿਵੇਂ ਲੈਂਦੇ ਹੋ? ਤੁਸੀਂ ਕਿੰਨੇ ਸਮੇਂ ਤੱਕ ਇਹ ਬੱਚੇ ਦੀ ਉਡੀਕ ਕਰਦੇ ਹੋ ਕਿ ਸਾਡੇ ਘਰੇ ਖੁਸ਼ੀਆਂ ਆਉਣਗੀਆਂ, ਮੇਰੀ ਕੁੱਖੋਂ ਮੇਰੇ ਬੱਚਾ ਪੈਦਾ ਹੋਊਗਾ? ਇਹ ਕਿੰਨਾ ਸਮੇਂ ਤੱਕ ਵੇਟ ਕਰਦੇ ਰਹਿੰਦੇ ਹੋ, ਇੰਤਜ਼ਾਰ ਕਰਦੇ ਰਹਿੰਦੇ ਹੋ? ਅਸੀਂ ਕਰਦੇ ਰਹੇ ਬਈ 8 ਸਾਲ ਕੀਤੀ ਹੈ। ਅੱਛਾ, ਉਸ ਤੋਂ ਬਾਅਦ ਫਿਰ ਮੈਂ ਇਸੇ ਝੰਜੜ 'ਚ ਪੈ ਗਈ। ਕੀ ਹੋ ਗਿਆ? ਵਿਆਹ ਕਰਨਾ ਹੀ ਕਰਨਾ ਹੈ। ਕਿਹਦਾ? ਘਰ ਆਏ ਦਾ। ਅੱਛਾ,
ਘਰ ਵਾਲਾ ਨਹੀਂ ਸੀ ਮੰਨਦਾ ਜਮਾਂ ਹੀ। ਅੱਛਾ ਉਹ ਕਹਿੰਦੇ ਸੀ ਨਹੀਂ ਕਰਨਾ ਨਹੀਂ ਕਰਨਾ। ਅੱਛਾ ਧੱਕੇ ਸ਼ਾਹੀ ਤੇ ਕੀਤਾ। ਅੱਛਾ ਉਹ ਕਦੇ ਸਰਦਾਰ ਸਾਹਿਬ ਨਾਲ ਬਹਿ ਕੇ ਇਹ ਗੱਲ ਹੋਈ ਤੁਹਾਡੀ ਵੀ ਮੈਂ ਤੁਹਾਡਾ ਦੂਸਰਾ ਵਿਆਹ ਕਰਨਾਗਾ ਜਾਂ ਆਪਦੇ ਸਹੁਰੇ ਪਰਿਵਾਰ ਨਾਲ ਕਦੇ ਇਹ ਗੱਲ ਹੋਈ ਹੋਵੇ? ਸਹੁਰਾ ਵੀ ਕਹਿੰਦਾ ਸੀ ਚੱਲ ਕਰਦੀਆਂ ਮਨਜੀਤ ਕੁਰੇ ਕਰਦੇ ਭਾਈ, ਜੇ ਤੇਰੀ ਰਜਾ ਹੈ। ਤੁਹਾਨੂੰ ਕਹਿੰਦਾ? ਹਾਂਜੀ। ਤੇ ਜਿਹੜਾ ਸਰਦਾਰ ਸੀ ਸਾਡਾ ਉਹ ਕਹਿੰਦਾ ਸੀ ਨਹੀਂ ਕਰਨਾ। ਅੱਛਾ। ਤੇ ਸਾਡੇ ਇੱਕ ਕਾਮਰੇਡ ਸੀ ਪਿੰਡ ਦੇ ਵਿੱਚ, ਹਾਂ ਉਹਨੂੰ ਆਖਿਆ ਮੈਂ ਕਾਮਰੇਡ ਇਹਨੂੰ ਸਮਝਾ। ਹੂੰ। ਫਿਰ ਉਹਨੇ ਥੋੜਾ ਜਿਹਾ ਸਮਝਾਇਆ। ਅੱਛਾ। ਫਿਰ ਉਹ ਲੈਣ ਤੇ ਲੈਂਦਾ। ਤੁਸੀਂ ਦੱਸਦੇ ਹੋ ਤੁਹਾਡੀ ਸੱਸ ਵੀ ਤੁਹਾਡੇ ਖਿਲਾਫ ਸੀ? ਸੱਸ ਤਾਂ ਮੇਰੇ ਖਿਲਾਫ ਹੀ ਸੀ। ਅੱਛਾ ਉਹ ਕੀ ਕਹਿੰਦੀ ਸੀ? ਉਹ ਕਹਿੰਦੀ ਨਹੀਂ ਕਰਨਾ। ਅੱਛਾ। ਹਾਂਜੀ। ਤੁਹਾਨੂੰ ਇਹ ਜਿੱਦ ਕਿਉਂ ਲੱਗੀ ਕਿ ਮੈਂ ਕਦੇ ਵੀ ਇੱਕ ਔਰਤ ਹੁੰਦੀ ਹੈ ਉਹ ਆਪਣੇ ਘਰ ਵਾਲੇ ਨੂੰ ਨਹੀਂ ਵੰਡ ਸਕਦੀ ਹੁੰਦੀ ਹੈ ਨਾ, ਉਹ ਨਹੀਂ ਚਾਹੁੰਦੀ ਹੁੰਦੀ ਵੀ ਕੋਈ ਦੂਸਰੀ ਔਰਤ ਉਹਦੇ ਤੇ ਹੱਕ ਜਮਾਵੇ। ਤੁਸੀਂ ਆਪੇ ਖੁਦ ਫੈਸਲਾ ਲੈਂਦੇ ਹੋ ਕਿ ਤੁਸੀਂ ਆਪਣੇ ਘਰ ਵਾਲੇ ਦਾ ਖੁਦ ਵਿਆਹ ਕਰਦੇ ਹੋ? ਮੈਂ ਇਹੀ ਸੋਚਿਆ ਵੀ ਸਾਡਾ ਜਦ ਦਰਵਾਜ਼ਾ ਬੰਦ ਹੋ ਗਿਆ ਪੇਕਿਆਂ ਦਾ, ਵੀ ਇੱਥੇ ਵੀ ਇਹ ਇਕੱਲਾ ਹੀ ਆ। ਜੇ ਮੇਰਾ ਦੇਰ ਹੁੰਦਾ ਫਿਰ ਸਾਨੂੰ ਕਰਨ ਦੀ ਲੋੜ ਨਹੀਂ ਸੀ ਪੈਣੀ। ਅੱਛਾ ਤੁਹਾਡਾ ਘਰ ਵਾਲਾ ਵੀ ਇਕੱਲਾ ਹੀ ਸੀ? ਹਾਂ ਇਕੱਲਾ ਹੀ ਸੀਗਾ। ਅੱਛਾ। ਜੇ ਦੇਰ ਹੁੰਦਾ ਮੇਰਾ ਫਿਰ ਮੈਨੂੰ ਇਹ ਝਾਕੇ ਨਹੀਂ ਸੀ ਕਰਨ ਦੀ। ਇਸ ਕਾਰਨ ਮੈਨੂੰ ਇਹ ਕਰਨਾ ਪਿਆ। ਅੱਛਾ। ਹਾਂਜੀ। ਅੱਛਾ ਫਿਰ ਉਦੋਂ ਅੱਛਾ ਬੇਬੇ ਇਹ ਗੱਲ ਤੁਹਾਨੂੰ ਔਖੀ ਨਹੀਂ ਲੱਗੀ ਹੈਗੀ ਇੱਕ ਘਰ ਵਾਲੀ ਖੁਦ ਆਪਣੇ ਘਰ ਵਾਲੇ ਦਾ ਵਿਆਹ ਕਰੇ, ਇਹ ਗੱਲ ਤੁਹਾਨੂੰ ਔਖੀ ਨਹੀਂ ਲੱਗੀ ਹੈਗੀ? ਇਹ ਮੈਨੂੰ ਤਾਂ ਨਹੀਂ ਔਖੀ ਲੱਗੀ ਵੀਰ, ਮੈਨੂੰ ਇਹ ਕਾਰਨ ਮੈਂ ਆਪ ਦਾ ਦੇਖਿਆ ਵਾ ਸੀਗਾ ਪਿਛਲਾ, ਇਸ ਕਰਕੇ ਮੈਨੂੰ ਕਰਨਾ ਪਿਆ ਇਹ। ਆਪਦੇ ਪੇਕੇ ਪਰਿਵਾਰ ਦਾ ਹਾਲ ਦੇਖਿਆ ਸੀ? ਹਾਂ ਵੀ ਇਹ ਪੇਕੇ ਪਰਿਵਾਰ 'ਚ ਇੱਕ ਵੀ ਹੁੰਦਾ ਸਾਡਾ ਬੂਹਾ ਖੁੱਲਾ ਰਹਿੰਦਾ, ਇਹ ਵੀ ਬੂਹਾ ਬੰਦ ਹੋ ਜਾਊਗਾ। ਅੱਛਾ। ਹਾਂਜੀ। ਅੱਛਾ ਤੇ ਫਿਰ ਬੇਬੇ ਇਹ ਗੱਲ ਦਾ ਤੁਹਾਡਾ ਵਿਰੋਧ ਵੀ ਹੁੰਦਾ? ਤੁਸੀਂ ਕਹਿੰਦੇ ਹੋ ਕਿ ਰਿਸ਼ਤੇਦਾਰ ਵੀ ਇਹ ਗੱਲ ਦੇ ਖਿਲਾਫ ਹੋ ਗਏ, ਸੱਸ ਵੀ ਖਿਲਾਫ ਹੋਊਗੀ, ਕੱਲਾ ਤੁਹਾਡਾ ਸਹੁਰਾ ਤੁਹਾਡੇ ਨਾਲ ਸੀ? ਹਾਂ ਸਹੁਰਾ ਸੀਗਾ, ਇੱਕ ਪਤੇਵਰਾ ਸੀ ਇੱਕ ਸਹੁਰਾ ਸੀ। ਅੱਛਾ। ਹਾਂਜੀ। ਉਹ ਰਿਸ਼ਤੇਦਾਰ ਕੀ ਕਹਿੰਦੇ ਸੀਗੇ? ਉਹ ਕਹਿੰਦੇ ਸਾਡੇ ਬੱਚੇ ਲਵੋ। ਅੱਛਾ। ਉਹ ਕਹਿੰਦੀ ਮੇਰਾ ਬੱਚਾ ਲਾਓ ਮੇਰਾ ਲਾਏ। ਕਿਉਂ ਜ਼ਮੀਨ ਸੀ ਆਪਣੇ ਕੋਲੇ? ਉਹਦਾ ਜ਼ਮੀਨ ਸੀਗੀ। ਅੱਛਾ ਜ਼ਮੀਨ ਦੇ ਲਾਲਚ ਕਰਕੇ ਕਹਿੰਦੀ ਸੀ? ਹਾਂਜੀ ਹਾਂਜੀ। ਅੱਛਾ ਤੇ ਫਿਰ ਬੇਬੇ ਇਹ ਘੜੀ ਕਿਵੇਂ ਆਉਂਦੀ ਆ? ਤੁਸੀਂ ਵਿਚੋਲਾ ਪਾਉਨੇ ਹੋ ਵਿੱਚ ਉਹ ਭੈਣ ਹੋਰਾਂ ਦੇ ਲਈ ਕਿ? ਵਿਚੋਲਾ ਕੋਈ ਨਹੀਂ ਮੈਂ ਪਾਇਆ। ਅੱਛਾ ਵੀ ਮੇਰੇ ਘਰ ਵਾਲੇ ਦੇ ਰਿਸ਼ਤਾ ਲੱਭੋ। ਆਏ ਤਾਂ ਫਿਰ ਕੇ ਆਈਆਂ ਬਹੁਤ ਦੂਰ ਤੱਕ, ਮੋਗੇ ਤੱਕ ਕੀ ਪਟਿਆਲੇ ਤੱਕ ਵੀ ਗੇੜਾ ਕੱਢਿਆ ਹੁੰਦਾ ਸੀ ਤੁਸੀਂ? ਹਾਂਜੀ। ਅੱਛਾ। ਪਰ ਫੇਰ ਦਿਮਾਗ 'ਚ ਸੋਚਿਆ ਹਾਂ ਵੀ ਇਹ ਠੀਕ ਹੈ। ਰਿਸ਼ਤੇਦਾਰ ਕਹਿੰਦੇ ਵੀ ਤੂੰ ਇਹ ਕਰ ਲੈ। ਆਦੇ ਨਾਨਕਿਆਂ ਨੂੰ ਪੁੱਛਿਆ, ਮਾਮਿਆਂ ਨੂੰ ਪੁੱਛਿਆ, ਹਾਂ। ਉਹ ਕਹਿੰਦੇ ਵੀ ਭਾਈ ਜੇ ਤੇਰੀ ਮਰਜ਼ੀ ਹੈ ਤੂੰ ਕਰ ਲੈ। ਅੱਛਾ। ਭੈਣਾਂ ਨੂੰ ਪੁੱਛਿਆ ਛੋਟੀਆਂ ਨੂੰ, ਅੱਛਾ। ਜਿਹੜੀ ਮੇਰੇ ਤੋਂ ਛੋਟੀਆਂ ਨੇ, ਅੱਛਾ। ਉਹ ਕਹਿੰਦੇ ਤੂੰ ਕਰ ਲੈ। ਕਹਿੰਦੀ ਇਹ 'ਚ ਕਿਸੇ ਦਾ ਕੀ ਇਤਰਾਜ਼ ਆ? ਹਾਂ। ਫਿਰ ਇਹ ਕਰ ਲਿਆ। ਅੱਛਾ ਇਹ ਰਿਸ਼ਤਾ ਕਿਵੇਂ ਲੱਭਦੇ ਹੋ? ਤੁਹਾਡੇ ਨਾਲ ਵੀ ਕੋਈ ਤੁਹਾਡੀ ਮਦਦ ਕਰਾਉਂਦਾ ਹੈਗਾ? ਮੇਰੇ ਨਾਲ ਕੋਈ ਮਦਦ ਨਹੀਂ ਸੀ ਕਰਾਉਂਦਾ। ਹੂੰ। ਕਾਮਰੇਡ ਦੇ ਘਰ ਵਾਲੀ ਉਹੀ ਮੇਰੇ ਨਾਲ ਰਹੀ ਹੈ। ਬਾਕੀ ਰਿਸ਼ਤੇਦਾਰ ਨਾਲ ਸੀਗੇ, ਉਹਨਾਂ ਤਾਂ ਸਪੋਰਟ ਸੀਗੀ ਇਹਨਾਂ ਨੂੰ। ਉਸ ਤੋਂ ਬਾਅਦ ਜੋ ਅਸੀਂ ਇਹਨਾਂ ਆਪਣੇ ਪਿੰਡ ਚੋਂ ਜਿਹੜੇ ਇਹ ਦੱਸਦੇ ਪਏ ਕਾਮਰੇਡ ਪਾਪਾ ਦੇ ਫਰੈਂਡ ਸੀਗੇ, ਉਹਨਾਂ ਦੀ ਜੋ ਮਿਸਿਸ ਸੀਗੀ ਉਹ ਨਾਲ ਸੀਗੇ ਇਹਨਾਂ ਦੇ। ਉਹ ਕਹਿੰਦੇ ਅਸੀਂ ਤੁਹਾਡੇ ਨਾਲ ਸਹਿਮਤ, ਆਪਾਂ ਰਿਸ਼ਤਾ ਹਰ ਜਗ੍ਹਾ ਦੇਖ ਕੇ ਆਉਂਦੇ ਜਿੱਥੇ ਵੀ ਆਪਾਂ ਨੂੰ ਸੈੱਟ ਬੈਂਦਾ। ਅੱਛਾ। ਤੇ ਫਿਰ ਇਹ ਬਹੁਤ ਕਾਫੀ ਜਗ੍ਹਾ ਇਹਨਾਂ ਨੇ ਦੇਖਿਆ। ਫਿਰ ਜਿਵੇਂ ਨਾਨਕਿਆਂ ਨੇ ਇਹਨਾਂ ਲਈ ਸਹਿਮਤੀ ਦੇ ਦਿੱਤੀ, ਕਹਿੰਦੇ ਠੀਕ ਹੈ, ਫਿਰ ਇਹਨਾਂ ਨੇ ਹਾਂ ਕਰ ਦਿੱਤੀ। ਅੱਛਾ ਇਹਨਾਂ ਨੇ ਆਪਣੇ ਪੇਕੇ ਜਾਣੀ ਜਿਨ੍ਹਾਂ ਨੇ ਨਾਨਕਿਆਂ ਨੇ ਇਹਨਾਂ ਨੂੰ ਪਾਲਿਆ ਸੀ ਉਹਨਾਂ ਨਾਲ ਇਹਨਾਂ ਨੇ ਸਲਾਹ ਕੀਤੀ? ਹਾਂਜੀ ਸਭ ਨਾਲ ਸਲਾਹ ਕੀਤੀ ਇਹਨਾਂ ਨੇ। ਉਹਨਾਂ ਹਾਂਜੀ, ਨਾਲ ਮਾਸੀ ਹੋਣਾ, ਭੈਣਾਂ ਨਾਲ, ਜਿਹੜੀ ਮਾਸੀ ਇਹਨਾਂ ਦੇ ਮੇਰੇ ਮਾਸੀ ਜੀ ਹੋਣਾ ਨਾਲ, ਨਾਨਕਿਆਂ ਨਾਲ, ਸਭ ਨਾਲ। ਉਹ ਕਹਿੰਦੇ ਸਾਨੂੰ ਸੈੱਟ ਹੈ, ਠੀਕ ਹੈ ਵੀ ਤੁਸੀਂ ਇੱਥੇ ਰਿਸ਼ਤਾ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇਸ ਗੱਲ ਤੋਂ। ਅੱਛਾ। ਹਾਂਜੀ। ਤੇ ਫਿਰ ਬੇਬੇ ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਤੁਸੀਂ ਆਪਣੇ ਘਰ ਵਾਲੇ ਲਈ ਕੱਪੜੇ ਵੀ ਖਰੀਦਦੇ ਹੋ ਹੈ ਤੇ ਉਹਨੂੰ ਲਾੜੇ ਵਾਂਗੂ ਸਜਾਉਣੇ ਵੀ ਹੋ, ਤਿਆਰ ਵੀ ਕਰਦੇ ਹੋ ਹੈ? ਉਹਦਾ ਫਿਰ ਸਜਾਉਣਾ ਹੀ ਪੈਣਾ ਸੀਗਾ। ਅੱਛਾ। ਜਾਂ ਪਿੰਡ ਦੀ ਪੰਚਾਇਤ ਵਿੱਚ ਸੀਗੀ ਸਾਰੀ। ਹਾਂਜੀ ਸਾਰਿਆਂ ਨਾਲ ਲੈ ਕੇ ਇਹਨਾਂ ਨੇ ਕੀਤਾ, ਕਿਉਂਕਿ ਫਿਰ ਸਾਰੇ ਤਾਂ ਵਿਰੁੱਧ ਸੀ, ਇਹੀ ਮੇਨ ਸੀਗੇ ਨਾ। ਇਹਨਾਂ ਨੇ ਹੁਣ ਜੋ ਕੰਮ ਇੱਕ ਸਟਾਰਟ ਕਰ ਲਿਆ ਸੀ ਉਹਦਾ ਐਂਡ ਤਾਂ ਕਰਨਾ ਹੀ ਸੀਗਾ ਨਾ ਲਾਈਫ 'ਚ। ਸਾਰੇ ਖਾਣਾ ਸੀਗਾ ਸਭ ਨੂੰ, ਜੋ ਕਹਿੰਦੇ ਸੀਗੇ ਸਰਪੰਚ ਸਾਰੀ ਪੰਚਾਇਤ ਸੀਗੀ, ਸਾਰੀ ਪੰਚਾਇਤ ਸੀ ਵਿੱਚ, ਉਹ ਸਹਿਮਤ ਸੀਗੇ ਨਾਲ। ਜਦੋਂ ਇਹ ਖੁਦ ਹੀ ਸਹਿਮਤ ਸੀਗੇ ਫਿਰ ਇਹਨਾਂ ਨੇ ਖੁਦ ਹੀ ਅੱਗੇ ਲੱਗ ਕੇ ਸਭ ਕੁਝ ਕੀਤਾ। ਅੱਛਾ ਤੁਹਾਨੂੰ ਦੱਸਦੇ ਆ ਵੀ ਮੈਂ ਤੁਹਾਡੇ ਡੈਡੀ ਲਈ ਇਹ ਚੀਜ਼ਾਂ ਹਾਂਜੀ ਵੀਰ ਜੀ ਸਭ ਕੁਝ ਦੱਸਦੇ ਆ ਸਾਨੂੰ, ਤਾਂ ਹੀ ਸਾਨੂੰ ਹੁਣ ਪਤਾ ਸਟੋਰੀ ਦਾ। ਕੀ ਕਹਿੰਦੇ ਆ ਇਹ ਹਮੇਸ਼ਾ ਹੀ ਕਹਿੰਦੇ ਰਹਿੰਦੇ ਮੈਂ ਆਹ ਕੁਛ ਕੀਤਾ, ਲੇਕਿਨ ਅੱਜ ਮੈਂ ਖੁਦ ਮੈਰਿਡ ਹਾਂ ਤੇ ਮੈਂ ਇਹਦੀ ਜਗ੍ਹਾ ਸੋਚ ਕੇ ਦੇਖਦੀ ਹਾਂ ਬਹੁਤ ਔਖਾ ਕੰਮ ਹੈ
ਇਹ ਸਭ ਕੁਝ ਕਰਨਾ ਬਹੁਤ ਔਖਾ ਹੀ ਆ, ਆਪਣੇ ਹਸਬੰਡ ਨੂੰ ਕਿਸੇ ਦੇ ਹੋਰ ਦੇ ਹਵਾਲੇ ਕਰਨਾ ਬਹੁਤ ਜ਼ਿਆਦਾ ਔਖਾ ਹੈ। ਲੇਕਿਨ ਫਿਰ ਵੀ ਇਹਨਾਂ ਨੇ ਕੀਤਾ। ਇਹਨਾਂ ਨੇ ਸਿਰਫ ਇਸ ਝਾਕ 'ਚ ਇਹਨਾਂ ਨੂੰ ਕੋਈ ਇਹ ਤੋਂ ਇਹ ਨਹੀਂ ਸੀ ਕਿ ਮੈਨੂੰ ਕੋਈ ਫਾਇਦਾ ਹੋਏਗਾ, ਸਿਰਫ ਇਹਨਾਂ ਨੂੰ ਇੰਨਾ ਸੀਗਾ ਕਿ ਸਾਡੇ ਬੱਚੇ ਖੁਦ ਦੇ ਹੋਣਗੇ, ਮੇਰੇ ਹਸਬੰਡ ਦਾ ਬਲੱਡ ਹੋਏਗਾ ਬਸ। ਕਿ ਸਾਨੂੰ ਕੋਈ ਜੇ ਅਸੀਂ ਕਿਸੇ ਬੱਚੇ ਦਾ ਪਿਆਰ ਕਰਾਂਗੇ, ਕੋਈ ਕੱਲ ਨੂੰ ਕਿਸੇ ਰਿਸ਼ਤੇਦਾਰ ਦਾ ਲੈਂਦੇ ਆ, ਉਹ ਕੱਲ ਨੂੰ ਵੱਡਾ ਹੋ ਗਿਆ, ਉਹਨੂੰ ਪਤਾ ਲੱਗ ਗਿਆ, ਉਹ ਸਾਡੇ ਕੋਲ ਚਲਾ ਜਾਏਗਾ। ਹੁੰਦਾ ਹੀ ਹੈ ਕਾਫੀ ਲਾਈਫ 'ਚ ਬੱਚੇ ਵਾਪਸ ਚਲੇ ਜਾਂਦੇ, ਇਹ ਚੀਜ਼ ਤੋਂ ਡਰਦੇ ਇਹਨਾਂ ਕਿ ਸਾਡਾ ਖੁਦ ਦਾ ਬੱਚਾ ਹੋਏਗਾ, ਸਾਡੇ ਕੋਲ ਤਾਂ ਰਹੇਗਾ ਨਾ ਲਾਸਟ ਟਾਈਮ ਤੱਕ, ਸਾਡੇ ਤੋਂ ਕੋਲ ਜੋ ਵੀ ਹੋਏਗਾ ਸਾਡੇ ਨਾਲ ਅੱਖਾਂ ਸਾਹਮਣੇ ਰਹੇਗਾ। ਅੱਛਾ ਭੈਣੇ, ਤੁਸੀਂ ਇਹ ਤੁਹਾਨੂੰ ਦੱਸਦੀ ਆ ਕਿ ਇਸ ਤਰੀਕੇ ਨਾਲ ਮੈਂ ਤਿਆਰੀਆਂ ਕਰੀਆਂ ਤੁਹਾਡੇ ਡੈਡੀ ਦੀਆਂ, ਜਿਵੇਂ ਆਹ ਫੋਟੋ ਵੀ ਅਸੀਂ ਦਿਖਾ ਦਿੰਨੇ ਹਾਂ, ਹਨਾ। ਆਹ ਫੋਟੋ 'ਚ ਇਹ ਮਾਤਾ ਹੋਰੀ ਆਪ ਖੜਿਆ, ਇਹ ਦੂਸਰੇ ਭੈਣ ਹੋਰੀ ਨੇ, ਤੇ ਇਹ ਭੈਣ ਹੋਰਾਂ ਦੇ ਫਾਦਰ ਸਾਹਿਬ ਨੇ। ਤੁਸੀਂ ਦੇਖ ਸਕਦੇ ਹੋ ਹਨਾ ਵੀ ਇਹਨਾਂ ਨੂੰ ਸਜਾਇਆ ਹੋਇਆ, ਇਹਨਾਂ ਦੇ ਗਲਾਂ 'ਚ ਹਾਰ ਪਾਏ ਹੋਏ ਆ, ਉਹ ਮਤਲਬ ਸਾਰੇ ਸ਼ਗਨ ਅੱਗੇ ਹੋ ਕੇ ਇਹਨਾਂ ਨੇ ਆਪ ਕਰੇ। ਉਹ ਉਸ ਟਾਈਮ 'ਚ ਵੀਰ ਜੀ ਜਿਹੋ ਜਿਹੇ ਵਿਆਹ ਹੁੰਦੇ ਸੀ ਸੇਮ ਉਹ ਟਾਈਮ ਦਾ ਉਸ ਟਾਈਪ ਦਾ ਵਿਆਹ ਕੀਤਾ ਘਰੇ, ਟੈਂਟ ਲੱਗਿਆ, ਸਭ ਕੁਝ ਹੋਇਆ ਪ੍ਰੋਪਰ ਮੈਰਿਜ ਵਾਂਗੂ। ਜਿਵੇਂ ਇਹਨਾਂ ਦੀ ਮੈਰਿਜ ਵੱਡੇ ਮੰਮਾ ਦੀ ਹੋਈ ਸੀ, ਉਸੇ ਤਰ੍ਹਾਂ ਹੀ ਛੋਟੇ ਮੰਮਾ ਦੀ ਮੈਰਿਜ ਨਾਲ ਇਹਨਾਂ ਨੇ ਕਰਵਾਈ। ਮੂਰੇ ਇਹ ਲੱਗੇ ਹੋਏ ਮੂਰੇ ਇਹ ਸੀਗੇ, ਇਹਨਾਂ ਦੇ ਦੱਸਣ ਮੁਤਾਬਕ ਮੂਰੇ ਇਹ ਸੀ, ਕਿਉਂਕਿ ਉਸ ਟਾਈਮ ਅਸਤਾ ਹੈ ਨਹੀਂ, ਚਲੋ ਲੋਕਾਂ ਦੇ ਦੱਸਣ ਮੁਤਾਬਕ ਮੂਰੇ ਇਹ ਸਾਰੇ ਲੱਗੇ, ਸਾਰੇ ਇਹਨਾਂ ਨੇ ਸਭ ਸ਼ਗਨ ਕੀਤੇ। ਤੇ ਦੱਸ ਦਿਓ ਬੇਬੇ ਜੀ ਹੈਗੇ ਆ ਜਿਹੜੇ ਆਪਣੇ ਪੁਰਾਣੇ ਆ, ਉਹ ਵੀ ਹੈਗੇ ਆਪਣੇ ਗੁਆਂਢ 'ਚ, ਉਹ ਦੱਸਦੇ ਆ ਕਿ ਇਹਨਾਂ ਦੇ ਮੱਥੇ ਤੇ ਇੱਕ ਸ਼ਿਕਨ ਵੀ ਹੈ ਨਹੀਂ ਸੀ ਇਸ ਚੀਜ਼ ਦੀ, ਈਵਨ ਕਿ ਇਹਨਾਂ ਨੂੰ ਖੁਸ਼ੀ ਸੀ ਕਿ ਸਾਡੇ ਘਰ 'ਚ ਕੋਈ ਨਵਾਂ ਮੈਂਬਰ ਆ ਰਿਹਾ, ਸਾਡੇ ਅੱਗੇ ਬੱਚੇ ਹੋਣਗੇ, ਇਸ ਤਰ੍ਹਾਂ ਅਸੀਂ ਬੱਚਿਆਂ 'ਚ ਰਵਾਂਗੇ। ਇੱਕ ਤੁਸੀਂ ਸਮਝ ਸਕਦੇ ਹੋ ਵੀ ਜਿਸ ਬੱਚੇ ਇਨਸਾਨ ਨੇ ਬੱਚੇ ਲਈ ਇੰਨੀ ਵੇਟ ਕੀਤੀ ਹੋਈ, ਉਹਨੂੰ ਬੱਚੇ ਦੀ ਕਿੰਨੀ ਭੁੱਖ ਹੁੰਦੀ ਆ। ਬੱਚਿਆਂ ਲਈ ਇਨਸਾਨ ਸਭ ਕੁਝ ਕਰਦਾ ਹੈ। ਇਹਨਾਂ ਦੇ ਮੱਥੇ ਤੇ ਕੋਈ ਵੀ ਫਿਕਰ ਸ਼ਿਕਵਾ ਹੈ ਨਹੀਂ ਸੀ? ਨਹੀਂ, ਅੱਜ ਤੱਕ ਵੀ ਹੈ ਨਹੀਂ, ਤੁਸੀਂ ਉਹ ਦੇਖ ਲਓ, ਕਿਉਂਕਿ ਹੁਣ ਤੱਕ ਵੀ ਹੱਸਦੇ ਰਹਿੰਦੇ। ਇਹਨਾਂ ਨੂੰ ਇਹ ਖੁਸ਼ੀ ਹੈ ਬਸ ਵੀ ਮੈਂ ਬੱਚੇ ਹੋ ਗਏ ਆਪਣੇ, ਹਮੇਸ਼ਾ ਵੀ ਬੱਚੇ ਮੇਰੇ ਖੁਦ ਦੇ ਬੱਚੇ ਹੈਗੇ ਆ, ਖੁਦ ਦੇ ਬੱਚੇ ਹੈਗੇ ਸਾਡੇ। ਕੀ ਬਾਤ ਹੈ। ਚਾਹੇ ਮੇਰੇ ਨਹੀਂ ਹੈਗੇ, ਮੇਰੇ ਆਦਮੀ ਦੇ ਹੈਗੇ ਆ। ਹਾਂ, ਇਹੀ ਖੁਸ਼ੀ ਹੈ ਇਹਨਾਂ ਨੂੰ। ਅੱਛਾ ਅੱਛਾ, ਜਦੋਂ ਫਿਰ ਕਿੰਨੇ ਸਾਲ ਬਾਅਦ ਤੁਹਾਡੇ ਕੋਲੇ ਇਹ ਗੁੜੀਆ ਹੁੰਦੀ ਆ ਪਹਿਲੀ? ਇਹ ਸਾਲ ਬਾਅਦ ਹੋਈ ਆ ਦੂਸਰੇ ਵਿਆਹ ਤੋਂ? ਹਾਂਜੀ। ਅੱਛਾ, 85 ਚ ਮੈਰਿਜ। ਫਿਰ ਉਦੋਂ ਕਿੰਨੀ ਕੁ ਖੁਸ਼ੀ ਹੋਈ ਬੇਬੇ ਜਦੋਂ ਪਹਿਲੀ ਵਾਰ? ਖੁਸ਼ੀ ਦਾ ਉਹਦਾ 11 ਸਾਲ ਬਾਅਦ ਹੋਈ ਸੀ? 11 ਸਾਲ। ਜਦੋਂ ਕਿੰਨੀ ਖੁਸ਼ੀ ਹੋਈ ਜਦੋਂ 11 ਸਾਲ ਬਾਅਦ ਕਲਕਾਰੀਆਂ ਇੱਕ ਬੱਚੇ ਦੀਆਂ ਤੁਹਾਡੇ ਘਰੇ ਪਈਆਂ? ਬਹੁਤ ਖੁਸ਼ੀ ਸੀ, ਬਹੁਤ ਖੁਸ਼ੀ ਹੋਈ। ਅੱਛਾ, ਤੁਹਾਨੂੰ ਦੱਸ ਦੇ ਤੁਹਾਡੇ ਮਾਤਾ ਹੋਰੀ ਫਿਰ ਮੈਂ ਹੋਰ ਦੱਸ ਦੇ, ਇੱਕ ਸਟੋਰੀ ਹੋਰ ਜੁੜੀ ਹੈ। ਤੇ ਫਿਰ ਜਦੋਂ ਮੈਂ ਹੋ ਗਈ, ਮੇਰਾ ਬਰਥ ਹੋ ਗਿਆ, ਉਸ ਤੋਂ ਬਾਅਦ ਪਾਪਾ ਕਹਿੰਦੇ ਬਸ ਠੀਕ ਆ, ਤੁਹਾਨੂੰ ਬੱਚੇ ਦੀ ਝਾਕ ਸੀ, ਇੱਕ ਬੱਚਾ ਹੋ ਗਿਆ ਆਪਣੇ ਬਹੁਤ ਪਹਿਲਾਂ ਮੈਂ ਹੋਈ ਜਦੋਂ ਕਹਿੰਦੇ ਇੱਕ ਬੱਚਾ ਹੋ ਗਿਆ ਆਪਣੇ ਬਹੁਤ ਆ ਹੁਣ। ਤੇ ਫਿਰ ਬਸ ਮੰਮਾ ਹੁਣੀ ਕਹਿਣਾ ਕੋਈ ਗੱਲ ਨਹੀਂ, ਬੱਚਾ ਵੀ ਕੱਲੀ ਗੁੜੀਆ ਹੀ ਆ, ਵੀ ਸਾਡੇ ਹੈ ਨਹੀਂ ਸੀ ਬ੍ਰਦਰ, ਚਲੋ ਇੱਕ ਬੇਟਾ ਚਾਹੀਦਾ। ਫਿਰ ਇੱਕ ਸਿਸਟਰ ਹੁੰਦੇ ਆ, ਉਸ ਤੋਂ ਬਾਅਦ ਫਿਰ ਮੇਰੇ ਬ੍ਰਦਰ ਹੁੰਦੇ ਆ। ਔਰ ਪਾਪਾ ਜੀ ਨੇ ਤਾਂ ਉਦੋਂ ਹੀ ਕਹਿਤਾ ਸੀ, ਕਹਿੰਦੇ ਬਸ ਆਪਾਂ ਨੂੰ ਬੱਚੇ ਦੀ ਨੀਡ ਸੀ, ਉਹਨਾਂ ਨੂੰ ਤਾਂ ਹੈ ਨਹੀਂ ਸੀ ਕੋਈ ਇੰਟਰਸਟ ਨਹੀਂ ਸੀ ਮੈਰਿਜ ਤੇ, ਉਹਨਾਂ ਨੂੰ ਸਿਰਫ ਇੰਨਾ ਸੀ ਕਿ ਇਹਨਾਂ ਦੀ ਜਿੱਦ ਪੂਰੀ ਕਰਨੀ ਆ, ਇਹਨਾਂ ਨੂੰ ਬੱਚੇ ਦੀ ਨੀਡ ਆ, ਬਸ ਇੱਕ ਵਾਰੀ ਬੱਚਾ ਹੋ ਜੇ। ਉਹਨਾਂ ਨੂੰ ਇਹ ਨਹੀਂ ਸੀ ਕੋਈ ਬੇਟੀ ਹੁੰਦੀ ਹੈ ਜਾਂ ਬੇਟਾ ਹੁੰਦਾ। ਮੈਨੂੰ ਵੀ ਉਹਨਾਂ ਨੇ ਬੇਟਿਆਂ ਵਾਂਗ ਰੱਖਿਆ ਵਾ, ਹਰ ਇੱਕ ਚੀਜ਼ 'ਚ ਮੈਨੂੰ ਐ ਪਰਫੈਕਟ ਬਣਾਇਆ ਵਾ ਕਿ ਬੱਚੇ ਡਰਨਾ ਨਹੀਂ ਕਿਸੇ ਚੀਜ਼ ਤੋਂ। ਮੇਰੇ ਪਾਪਾ ਨੇ ਖੁਦ ਲੱਤਾਂ ਖੜਦੀਆਂ ਉਹਨਾਂ ਦੀ, ਚਲੋ ਬਿਮਾਰ ਹੁੰਦੇ ਉਸ ਟਾਈਮ। 3 ਬੱਚੇ ਹੁੰਦੇ ਆ ਲਗਾਤਾਰ, ਹਨਾ? ਤੇ ਫਿਰ ਉਦੋਂ ਕਿਹੋ ਜਿਹਾ ਮਾਹੌਲ ਰਹਿੰਦਾ ਤੁਹਾਡੇ ਪਰਿਵਾਰ ਦਾ ਬੇਬੇ? ਉਦੋਂ ਮਾਹੌਲ ਵਧੀਆ ਸੀ। ਉਦੋਂ ਮੈਂ ਆਪ ਰੋਟੀਆਂ ਇਹਨਾਂ ਦੀਆਂ ਪਕਾਉਣੀਆਂ, ਇਹਨਾਂ ਨੂੰ ਸਕੂਲ ਆਪ ਭੇਜਣਾ, ਕੋਈ ਇਹਨਾਂ ਦੀ ਮੈਨੂੰ ਦਿੱਕਤ ਨਹੀਂ ਸੀ ਆਉਂਦੀ। ਕਦੇ ਆਪਸ ਵਿੱਚ ਤੁਹਾਡੀਆਂ ਤਾਰਾਂ ਜੁੜੀਆਂ ਸੀਗੀਆਂ? ਕਦੇ ਆਪਸ ਵਿੱਚ ਸਪਾਰਕ ਹੋਇਆ? ਇੰਨਾ ਕਿ ਤਾਂ ਹੋ ਜਾਂਦਾ ਸੀ ਵੀ ਤੂੰ ਆਹ ਕੰਮ ਨਹੀਂ ਕੀਤਾ ਹੈਗਾ। ਹਾਂ, ਵੀ ਕੀ ਗੱਲ ਬਈ, ਇਹ ਕਰਨਾ ਸੀ। ਅੱਛਾ। ਬਾਕੀ ਡੰਗਰ ਵੀ ਹੁੰਦੇ ਸੀ ਉਦੋਂ 15-16, ਗੋਹਾ ਵੀ ਇਹਨੇ ਚੱਕਣਾ, ਪਾਥੀਆਂ ਵੀ ਇਹਨੇ ਪੱਥਣੀਆਂ। ਆਪਸ ਵਿੱਚ ਕਦੇ ਮਾੜੀ ਮੋਟੀ ਲੜਾਈ ਹੁੰਦੀ ਸੀ ਤੁਹਾਡੀ ਦੋਨਾਂ ਦੀ ਆਪਸ ਵਿੱਚ? ਲੜਾਈ ਕਿਤੇ ਹੋਈ ਹੋਣੀ, ਉਹ ਵੀ ਐਸੇ ਕੰਮ ਪਿੱਛੇ ਵਿਆਹ ਤੇ ਜਵਾਕ ਨੂੰ ਕੁੱਟਿਆ ਕਿਉਂ ਆ। ਅੱਛਾ, ਹੋਰ ਕੋਈ ਗੱਲ ਲੜਾਈ ਨਹੀਂ ਹੋਈ ਕਦੇ ਵੀ। ਹੋਰ ਇਹੀ ਗੱਲ ਕਿਹੜੀ? ਵੀ ਇਹੀ ਬਸ ਬੱਚਿਆਂ ਨੂੰ ਤੁਸੀਂ ਘੂਰਨਾ ਨਹੀਂ, ਤੁਸੀਂ ਐਂ ਨਹੀਂ ਕਹਿਣਾ ਬੱਚੇ ਨੂੰ ਵੀ ਇੱਕ ਨੇ ਬੱਚੇ ਨੂੰ ਘੂਰਤਾ ਸਾਨੂੰ ਭੈਣ ਭਰਾਵਾਂ ਨੂੰ, ਤੇ ਦੂਸਰੇ ਨੇ ਕਹਿਣਾ ਕਾਹਤੋਂ ਘੂਰਿਆ ਬੱਚੇ ਨੂੰ, ਤੁਸੀਂ ਕਾਹਤੋਂ ਘੂਰਿਆ, ਲੜ ਪੈਂਦੇ ਸੀ। ਕਹਿੰਦੇ ਬੱਚਿਆਂ ਨੂੰ ਨਹੀਂ ਕੁਝ ਕਹਿਣ ਦੇਣਾ, ਮੈਂ ਬੱਚਿਆਂ ਨੂੰ ਕੁਝ ਕਹਿਣਾ। ਇਹਨਾਂ ਨੂੰ ਮੈਂ ਹੋਰ ਇਹਨਾਂ ਦੀ ਕੋਈ ਲੜਾਈ ਨਹੀਂ ਹੁੰਦੀ ਸੀ, ਉਹ ਵੀ ਜਸਟ ਜਿਵੇਂ ਘਰ 'ਚ ਆਪਣੀ ਥੋੜੀ ਬਹੁਤੀ ਹੁੰਦੀ ਆ, ਹਾਸਾ ਖੇਡਾ ਜੋ ਹੁੰਦਾ ਉਸ ਤਰ੍ਹਾਂ ਚੱਲਦਾ ਰਹਿੰਦਾ। ਅੱਛਾ, ਮਤਲਬ ਬੱਚੇ ਤੁਸੀਂ ਉਹਨਾਂ ਦੇ ਬੱਚੇ ਹੋ? ਹਾਂ, 3 ਬੱਚੇ ਸੀ। 3 ਬੱਚੇ ਤੁਸੀਂ ਉਹਨਾਂ ਦੇ ਹੋ। ਉਹ ਮਾਤਾ ਤੁਹਾਡੇ ਤੁਹਾਨੂੰ ਘੂਰਦੇ ਸੀ, ਇਹ ਅੱਗੋਂ ਡਾਂਟਦੇ ਸੀਗੇ ਵੀ ਤੂੰ ਕਿਉਂ ਘੂਰਿਆ ਬੱਚਿਆਂ ਨੂੰ। ਅੱਛਾ, ਇਹ ਜੋ ਸ਼ਰਾਰਤਾਂ ਕਰਦੇ ਸੀ ਇਹ, ਫਿਰ ਜਾ ਕੇ ਤੇ ਬੱਚੇ ਤੁਹਾਨੂੰ ਪਤਾ ਆਪਸ ਵਿੱਚ ਬੱਚਿਆਂ ਨੂੰ ਕੀ ਪਤਾ ਹੁੰਦਾ, ਬਚਪਨਾ ਹੁੰਦਾ ਉਸ ਟਾਈਮ, ਫਿਰ ਇਹ ਘੂਰ ਦਿੰਦੇ ਸੀ। ਫਿਰ ਇਹ ਕਹਿੰਦੇ ਸੀ, ਕਹਿੰਦੇ ਤੂੰ ਕਿਉਂ ਘੂਰਿਆ ਬੱਚਿਆਂ ਨੂੰ, ਬੱਚਿਆਂ ਨੂੰ ਹੋਰ ਕੋਈ ਗੱਲ ਕਰੀ ਉਹਨੇ ਚ ਹੋਈ। ਮੈਂ ਤਾਂ ਅੱਜ ਤੱਕ ਮੇਰੀ ਏਜ 37 ਪਲੱਸ ਪਹਿਲੀ ਲਾਈਫ ਜੀ ਮੈਨੂੰ ਚੱਲ ਰਿਹਾ ਯਾਰ। ਸਕੂਲ ਭੇਜੀ ਇਹ, ਸਕੂਲੋਂ ਇਹ ਆਰਾਮ ਨਾਲ ਮੁੜ ਜਾਵੇ, ਮੈਂ ਛੱਡ ਕੇ ਆਈ ਆ, ਉਹ ਬਾਅਦ ਦੀ ਗੱਲ ਹੈ। ਇਹ ਤੁਰ ਜਾਵੇ ਉਰੇ ਸਕੂਲ ਦੇ ਕੋਲੇ।
मैं फिर पैदल हो गई, साइकिल में खड़ाता। ਹਾਂ ਇਹਦੇ ਕੋਲ ਫੱਟੀ ਫੜੀ ਵੀ ਸੀ, ਹਾਂ ਅੱਗੇ ਫੱਟੀ ਹੁੰਦੀ ਸੀ ਨਾ, ਹਾਂ 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 ਉਹੀ ਫੱਟੀ ਫੜ ਕੇ ਇਹਦੇ ਢੂਹੀ ਦੇ ਮਾਰ ਮਾਰ ਕੇ ਉਹ ਤੋੜਤੀ। ਬਹੁਤ ਕੁੱਟਿਆ ਮੈਨੂੰ ਸਕੂਲ ਜਾਣ ਵਿੱਚ ਬਹੁਤ ਗੱਲਾਂ ਨੇ, ਬਹੁਤ ਜ਼ਿਆਦਾ ਮੈਂ ਕੁੱਟਿਆ ਕਹਿੰਦੀ ਜਾਣਾ ਨਹੀਂ ਗਾ ਸਕੂਲ, ਫੱਟੀ ਟੁੱਟ ਗਈ। ਇੱਧਰ ਗਈ ਸਰਾਖ ਕੱਢ ਕੇ, ਇੱਧਰ ਕੱਢ ਕੇ ਜੁਗਤੀ ਬਹੁਤ ਸੀਗੇ। ਤਾਰ ਪਾ ਕੇ ਉਹਦੇ ਨਾਲ ਕਰਕੇ ਮੈਂ ਚੱਲ ਸਕੂਲੇ, ਫੇਰ ਛੱਡੀਏ। ਫਿਰ ਉਸ ਅੱਛਾ, ਤੋਂ ਬਾਅਦ ਪ੍ਰਾਈਵੇਟ ਚ ਬਾੜਤਾ, ਕਹਿੰਦੀ ਤੂੰ ਤਾਂ ਇੱਥੋਂ ਸਕੂਲੋਂ ਹਟਣਾ ਨਹੀਂ, ਤਾਂ ਆਈ ਜਾਗਾ ਵਾਪਸ ਫਿਰ ਪ੍ਰਾਈਵੇਟ ਸਟੱਡੀ ਕਰਾਉਣ ਵਾਸਤੇ। ਅੱਛਾ ਤੁਸੀਂ ਉਹ ਦੱਸ ਰਹੇ ਸੀ ਹੁਣ ਜਿਵੇਂ ਵੀਰੇ ਮੇਰੇ ਇਹ ਮੰਮਾ ਹੁਣ ਦੱਸਦੇ ਹੁੰਦੇ ਆ, ਯਾਨੀ ਕਿ ਪੁਰਾਣੀਆਂ ਗੱਲਾਂ ਜੋ ਵੀ ਇਹਨਾਂ 'ਚ ਹੋਈਆਂ। ਹੁਣ ਤੁਸੀਂ ਦੇਖ ਲਓ ਮੇਰੀ 37 ਆ, 37 ਪਲੱਸ ਏਜ, ਪਰ ਅੱਜ ਤੱਕ ਮੈਂ ਕਦੇ ਇਹਨਾਂ ਨੂੰ ਕਦੇ ਲੜਦੇ ਨਹੀਂ ਦੇਖਿਆ, ਕਦੇ ਵੀ ਕਿਸੇ ਗੱਲ ਤੋਂ ਕੋਈ ਦੋਨਾਂ ਨੂੰ ਆਪਸੇ ਕਦੇ ਲੜਦੇ ਨਹੀਂ ਦੇਖਿਆ ਕਿਸੇ ਗੱਲ ਨਹੀਂ। ਲੇਕਿਨ ਹਾਂ ਇੱਕ ਦੂਜੇ ਦਾ ਪਿਆਰ ਬਹੁਤ ਆ। ਇੱਕ ਨੂੰ ਕੋਈ ਥੋੜਾ ਜਿਹਾ ਖਾਂਸੀ ਵੀ ਹੋਈ ਨਹੀਂ ਨਾ, ਜਦੇ ਉਹ ਕਾਲ ਕਰ ਦਿੰਦੇ ਆ, ਜਲਦੀ ਆ ਤੇਰੀ ਮੰਮਾ ਨੂੰ ਆਏ ਹੋ ਗਿਆ, ਜਲਦੀ ਆ। ਉਹ ਵੱਡੇ ਉਹਨੂੰ ਮੈਨੂੰ ਫੋਨ ਕਰ ਦਿੰਦੇ ਆ, ਬੱਚਿਆਂ ਨੂੰ ਫੋਨ ਕਰ ਦਿੰਦੇ ਆ, ਮੇਰੇ ਬੇਟੇ ਨੂੰ, ਉਹ ਵੱਡਾ ਆ, ਉਹਨਾਂ ਨੂੰ ਫੋਨ ਕਰਦੇ ਆ, ਹੁਣੇ ਆ ਸੁਖਮਨ ਇੱਥੇ ਆ ਕੇ ਤੇਰੀ ਨਾਨੀ ਬਿਮਾਰ ਹੋ ਗਈ, ਦਵਾਈ ਦਵਾ ਕੇ ਲਿਆ, ਚਾਹੇ ਰਾਤ ਹੋਵੇ ਦਿਨ ਹੋਵੇ, ਜਦੇ ਅਸੀਂ ਕੋਲੇ ਆਉਂਦੇ ਆ। ਫਿਰ ਇੱਕ ਦੂਜੇ ਦੇ ਬਿਨਾਂ ਹਿਸਾਰ ਲੈਂਦੀ ਹੈ ਨਾ ਬਿਲਕੁਲ ਵੀ ਨਹੀਂ ਵੀਰੇ। ਜਦ ਮੈਂ ਕੰਮੇ ਨਹੀਂ ਕਰਨਾ, ਕੰਮੇ ਤਾਂ ਕਰਾਉਣਾ ਹੈ, ਤੇ ਮੈਂ ਇਕੱਲੇ ਹੀ ਰਹਿੰਦੇ ਨਾ। ਫਿਰ ਤੁਹਾਨੂੰ ਪਤਾ ਹੁਣ ਇਨਸਾਨ ਦੇ ਕੋਲ ਕੋਈ ਤਾਂ ਇਨਸਾਨ ਇਹਨਾਂ ਕੋਲੇ ਹੀ ਰਹਿੰਦੇ। ਅੱਛਾ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਨਾ? ਹਾਂਜੀ। ਤੇ ਹੁਣ ਇਹਨਾਂ ਕੋਲੇ ਰਿਹਾ ਨਹੀਂ ਕੋਈ ਰਹਿਣ ਵਾਲਾ, ਚਲੋ ਤੁਸੀਂ ਮੈਰਿਡ ਹੋ ਹਨਾ? ਹਾਂਜੀ। ਤੇ ਫਿਰ ਇਹ ਇੱਕ ਦੂਜੇ ਨਾਲ ਇੱਕ ਦੂਜੇ ਦਾ ਸਹਾਰਾ ਇਹ ਆਪ ਹਾਂਜੀ ਆਪੇ ਰਹਿੰਦੇ ਤੁੰਦੇ ਨਹੀਂ। ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ, ਕੋਈ ਮੈਨੂੰ ਟੈਨਸ਼ਨ ਨਹੀਂ ਹੈਗੀ। ਹਾਂ ਰਾਤ ਨੂੰ ਐਸਾ ਸਮਾਂ ਆਂਢ ਗੁਆਂਢ ਵੀ ਸਾਡੇ ਸਾਥ ਦਿੰਦੇ ਆ, ਸਾਥ ਦਿੰਦੇ ਆ। ਹੁਣ ਸਾਰਿਆਂ ਦੇ ਨੰਬਰ ਨੇ, ਜੇ ਕੋਈ ਗੱਲ ਹੁੰਦੀ ਆ ਤੇ ਇੱਥੇ ਸਾਰੇ ਇਕੱਠੇ ਹੋ ਜਾਂਦੇ ਆ। ਅੱਛਾ ਭੈਣੇ, ਇੱਕ ਕਦੇ ਬੇਬੇ ਹੋਰਾਂ ਨੇ ਤੁਹਾਨੂੰ ਇਹ ਗੱਲ ਦੱਸੀ ਹੋਵੇ ਕਿ ਜਦੋਂ ਮੈਂ ਵਿਆਹ ਕਰਤਾ ਉਸ ਤੋਂ ਬਾਅਦ ਕਈ ਰਿਸ਼ਤੇਦਾਰ ਜਿਹੜੇ ਇਹ ਝਾਕ ਰੱਖਦੇ ਸੀ ਵੀ ਚਲੋ ਜ਼ਮੀਨ ਸਾਡੇ ਕੋਲੇ ਆਊ, ਸਾਡੇ ਬੱਚਿਆਂ ਕੋਲੇ ਆਊਗੀ, ਅਸੀਂ ਇਹ ਗੋਦ ਲੈ ਲਾਂਗੇ, ਵੀ ਉਦੋਂ ਬਾਅਦ ਉਹ ਚੀਜ਼ਾਂ 'ਚ ਫਰਕ ਪਿਆ ਹੋਵੇ? ਹਾਂਜੀ ਵੀਰ ਜੀ, ਉਦੋਂ ਬਾਅਦ ਫਿਰ ਜਦੋਂ ਆਪਾਂ ਮੈਰਿਜ ਕਰਤੀ ਫਿਰ ਉਹਨਾਂ ਨੇ ਇਹ ਸਭ ਕੁਝ ਕਹਿਣਾ ਬੰਦ ਕਰ ਦਿੱਤਾ। ਫਿਰ ਵੀ ਉਹਨਾਂ ਨੂੰ ਹਜੇ ਝਾਕ ਸੀ ਜਦ ਤੱਕ ਚਲੋ ਬੱਚਾ ਨਹੀਂ ਪੈਦਾ ਹੁੰਦਾ। ਫਿਰ ਜਦੋਂ ਚਲ ਮੇਰਾ ਬਰਥ ਹੁੰਦਾ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਮੂੰਹ ਬੰਦ ਹੋ ਗਏ। ਫਿਰ ਅਗਲੇ ਨੂੰ ਹੋ ਜਾਂਦਾ ਵੀ ਉਹਨਾਂ ਦਾ ਆਪਣਾ ਬੱਚਾ ਹੋ ਗਿਆ, ਫਿਰ ਕਿਸੇ ਨੇ ਕੁਝ ਨਹੀਂ ਕਿਹਾ। ਉਹੀ ਰਿਸ਼ਤੇਦਾਰ ਜੋ ਕਹਿੰਦੇ ਸੀ ਅੱਜ ਵਧੀਆ ਵਰਤਦੇ ਨੇ। ਅੱਛਾ ਤੁਸੀਂ ਇੱਕ ਗੱਲ ਹੋਰ ਵੀ ਦੱਸ ਦਿਓ ਕਿ ਤੁਹਾਡੇ ਤਿੰਨੇ ਬੱਚਿਆਂ ਦੇ ਮਾਤਾ ਜੀ ਉਹ ਨੇ? ਹਾਂਜੀ। ਹੈਨਾ, ਪਰ ਕਾਗਜ਼ਾਂ ਦੇ ਵਿੱਚ ਨਾਮ ਇਹ ਮਾਤਾ ਹੋਰਾਂ ਦਾ ਮੇਰਾ ਹੈ। ਕਿਉਂਕਿ ਇਹਨਾਂ ਨੇ ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਪਾਪਾ ਜੀ ਹੁਣ, ਕਿ ਜਿਹੜਾ ਪਹਿਲਾ ਬੱਚਾ ਹੋਏਗਾ ਉਹ ਮੇਰਾ ਹੋਏਗਾ ਜੋ ਵੀ। ਤੇ ਮੈਰਿਜ ਤੋਂ ਆਫਟਰ ਮੈਂ ਹੁੰਨੀ ਆ ਤੇ ਇਹਨਾਂ ਨੇ ਮੈਨੂੰ ਪਾਲਿਆ, ਨਾਲ ਹੀ ਰੱਖਿਆ। ਮੈਂ ਤੁਹਾਨੂੰ ਦੱਸਾਂ ਮੇਰੀ ਮੈਰਿਜ ਤੱਕ ਮੈਂ ਥੋੜਾ ਸੱਚਾਈ ਦੱਸ ਰਹੀ ਹਾਂ, ਮੈਨੂੰ ਇੱਕ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੁੰਦੀ ਸੀ, ਕਿਉਂਕਿ ਇਹਨਾਂ ਨੇ ਮੈਨੂੰ ਕੰਮ ਕਰਨ ਦਿੱਤਾ ਨਹੀਂ। ਤੇ ਖੇਤੀ ਸੀ, ਆਪਣੀ ਪੈਲੀ ਕਾਫੀ ਸੀ, ਪਾਪਾ ਹੀ ਲੱਤਾਂ ਖੜੀਆਂ ਕਰਕੇ ਮੈਂ ਤੇ ਵੱਡੇ ਮਾਮਾ ਅਸੀਂ ਦੋਨੋਂ ਪੈਲੀ ਦਾ ਹੀ ਕੰਮ ਕਰਦੇ ਸੀ, ਜ਼ਿਆਦਾ ਖੇਤਾਂ ਦਾ ਹੀ ਕੰਮ ਕਰਦੇ ਸੀਗੇ ਤੇ ਇਹ ਘਰ ਦਾ ਦੇਖਦੇ ਸੀਗੇ। ਤੇ ਉਸ ਤੋਂ ਬਾਅਦ ਅਸੀਂ ਜਦੋਂ ਖੇਤੀ ਦਾ ਕੰਮ ਕਰਨਾ, ਘਰੇ ਆਣਾ, ਇਹਨਾਂ ਨੇ ਕਦੇ ਨਹੀਂ ਕਿਸੇ ਨੂੰ ਕੁਝ ਵੀ ਕਹਿਣ ਦਿੱਤਾ। ਨੇ ਕਹਿਣਾ ਬਸ ਇਹਨੇ ਇਹੀ ਕੰਮ ਕਰਨਾ ਜੋ ਕਰਨਾ। ਤੇ ਮੈਨੂੰ ਕੋਈ ਕਿਚਨ ਦਾ ਕੰਮ ਬਿਲਕੁਲ ਵੀ ਨਹੀਂ ਆਉਂਦਾ ਸੀ, ਇਹਨਾਂ ਨੇ ਲਾਇਆ ਨਹੀਂ ਮੈਨੂੰ ਕਿਚਨ ਦੇ ਕੰਮ 'ਚ। ਇੰਨਾ ਜਾਣੀ ਕਿ ਪਿਆਰ ਦਿੱਤਾ, ਜਾਣੀ ਕਿ ਮੁੰਡਿਆਂ ਵਾਂਗੂ ਪਾਲਿਆ ਮੈਨੂੰ। ਅੱਛਾ, ਨਹੀਂ ਮੇਰਾ ਸਵਾਲ ਇਹ ਸੀ ਭੈਣ ਕਿ ਤੁਹਾਡੇ ਮਾਤਾ ਭਾਵੇਂ ਉਹ ਨੇ ਪਰ ਕਾਗਜ਼ਾਂ ਦੇ ਵਿੱਚ ਕਾਗਜ਼ਾਂ ਵਿੱਚ ਇਹੀ ਨੇ। ਇਹ ਤਾਂ ਵੀਰ ਜੀ ਇਹਨਾਂ ਦੀ ਸ਼ਰਤ ਸੀ, ਤੁਹਾਨੂੰ ਪਤਾ ਵੀ ਕਿ ਇਹਨਾਂ ਨੇ ਕਿਹਾ ਸੀ ਜਦੋਂ ਮੈਰਿਜ ਤੋਂ ਆਫਟਰ ਜੋ ਵੀ ਪਹਿਲਾ ਬੱਚਾ ਹੁੰਦਾ ਉਹ ਮੇਰੀ ਝੋਲੀ ਪਾਇਆ ਜਾਵੇ। ਕਿਹਨਾਂ ਨੇ ਆਖਿਆ? ਇਹ ਵੱਡੇ ਮੰਮਾ ਨੇ। ਤੇ ਉਸ ਤੋਂ ਬਾਅਦ ਮੈਂ ਹੁੰਨੀ ਆ ਤੇ ਇਹਨਾਂ ਨੇ ਫਿਰ ਮੈਨੂੰ ਆਪਣੀ ਝੋਲੀ ਪਵਾਇਆ, ਬਹੁਤ ਵਧੀਆ ਤਰੀਕੇ ਨਾਲ ਕੇਅਰ ਕੀਤੀ, ਚਲੋ ਪਾਲਿਆ। ਅਸੀਂ ਤਿੰਨੋਂ ਜੋ ਭੈਣ ਭਰਾ ਤੇ ਇਹ ਇਹਨਾਂ ਦੇ ਸਰਟੀਫਿਕੇਟ ਤੇ ਸਾਡੇ ਨਾਮ ਚੱਲਦੇ ਆ, ਸਕੂਲ ਦੇ ਸਰਟੀਫਿਕੇਟ ਨੇ, ਕੁਝ ਵੀ ਕਾਲਜ ਦੇ, ਸਭ ਇਹਨਾਂ ਦਾ ਨਾਮ, ਇਹਨਾਂ ਦਾ ਤੇ ਪਾਪਾ ਦਾ ਨਾਮ ਚੱਲਦਾ। ਤੇ ਇਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਡਾ ਨਾਮ ਕਿਉਂ ਨਹੀਂ ਮੇਰਾ ਵਿੱਚ ਲਿਖਾਇਆ। ਇਹ ਕਹਿੰਦੇ ਇਹ ਮੇਰੇ ਵੱਡੇ ਸਿਸਟਰ ਨੇ, ਜੋ ਕਹਿਣਗੇ ਮੈਂ ਤਾਂ ਇਹਨਾਂ ਦੇ ਆਸਰੇ ਬੈਠੀ, ਜਿਵੇਂ ਕਹਿਣਗੇ ਤੇ ਮੈਨੂੰ ਸਭ ਮਨਜ਼ੂਰ ਹੈ। ਅੱਛਾ, ਤਿੰਨੇ ਭੈਣ ਭਰਾਵਾਂ ਦੇ ਸਰਟੀਫਿਕੇਟਾਂ ਤੇ ਮਾਤਾ ਦਾ ਨਾਮ ਇਹਨਾਂ ਦਾ? ਹਾਂਜੀ। ਅੱਛਾ, ਜਿਹੜੀ ਮਾਂ ਨੇ ਕੁੱਖੋਂ ਜੰਮਿਆ ਉਹਨਾਂ ਦਾ ਨਾਮ? ਨਹੀਂ ਬਿਲਕੁਲ ਨਹੀਂ। ਅੱਛਾ, ਉਹਨਾਂ ਦਾ ਨਾਮ ਕਦੇ ਉਹਨਾਂ ਨੇ ਇਹ ਗੱਲ ਦਾ ਵਿਤਕਰਾ? ਨਹੀਂ, ਇਹ ਹੋਈ ਨਹੀਂ ਕਦੇ, ਤੁਹਾਨੂੰ ਦੱਸਿਆ ਨਾ, ਇਹਨਾਂ 'ਚ ਕਦੇ ਕੋਈ ਗੱਲ ਹੀ ਨਹੀਂ ਹੋਈ ਇਸ ਤਰ੍ਹਾਂ ਦੀ। ਬੱਚੇ ਇਹਨਾਂ ਦੇ ਕੀ ਕੋਈ ਫਰਕ ਹੀ ਨਹੀਂ ਹੈਗਾ। ਅੱਛਾ ਹਾਂਜੀ। ਅੱਛਾ ਬੇਬੇ, ਕਦੇ ਇਹ ਗੱਲ ਦੀ ਤੁਹਾਨੂੰ ਉਹ ਟਾਈਮ ਦੇ ਵਿੱਚ ਕਦੇ ਲੋਕਾਂ ਨੇ ਆ ਕੇ ਇਹ ਗੱਲਾਂ ਭੜਕਾਈਆਂ ਹੋਣ ਜਾਂ ਇਹ ਗੱਲਾਂ ਦਿਮਾਗ 'ਚ ਬਿਠਾਈਆਂ ਹੋਣ ਵੀ ਨਹੀਂ ਇਹ ਕਿਹੜਾ ਤੇਰੇ ਆਪਦੇ ਬੱਚੇ ਨੇ, ਇਹ ਤਾਂ ਤੇਰੀ ਸ਼ਰੀਕਣੀ ਦੇ ਨੇ, ਇਹ ਟੋਕਣ ਦੇ ਨੇ? ਕਦੇ ਇਹੋ ਜਿਹੇ ਲੋਕਾਂ ਨੇ ਗੱਲਾਂ ਭਰੀਆਂ? ਮੈਂ ਇਹੀ ਗੱਲਾਂ ਦੇ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ ਹੈਗਾ। ਆਏ ਸੀ ਲੋਕ? ਉਹ ਕਈ ਕਹਿ ਦਿੰਦੀਆਂ ਸੀਗੀਆਂ, ਮੈਂ ਕਹਿੰਦੀ ਸੀ ਨਹੀਂ ਇਹ ਸਾਡਾ ਗਾਹਾਂ ਪੀੜ੍ਹੀ ਦਾ ਤੁਰੀ ਹੈ ਸਾਡੀ। ਠੀਕ ਆ।
ਇਹੋ ਜਿਹੇ ਲੋਕ ਭੈਣੇ ਬੇਬੇ ਹੋਰੀ ਦੱਸਦੇ ਆ ਕਿ ਇਹੋ ਜਿਹੇ ਲੋਕ ਆਏ ਸੀ ਗੱਲਾਂ ਵੀਰ ਜੀ ਕਰਨ? ਤੁਹਾਨੂੰ ਜਦੋਂ ਹੁਣ ਆਪਾਂ ਕੋਈ ਇੱਕ ਨਾ ਉਸ ਟਾਈਮ ਦੇ ਵਿੱਚ ਜਦ ਤੋਂ ਆਪਾਂ ਪਹਿਲਾਂ ਸੋਚੀ ਜੀ ਇਹੋ ਜਿਹਾ ਕੋਈ ਸਟੈਪ ਚੱਕਾਂਗੇ ਲੋਕ ਤਾਂ ਉਂਗਲਾਂ ਚੱਕਣਗੇ ਤੁਹਾਨੂੰ ਪਤਾ ਹੀ ਹੈ। ਲੋਕ ਬਹੁਤ ਕੁਝ ਕਹਿੰਦੇ ਹੁੰਦੇ ਆ ਲੇਕਿਨ ਇਹਨਾਂ ਨੇ ਸਿਰਫ ਆਪਣਾ ਇਹ ਦੇਖਿਆ ਕਿ ਮੇਰੇ ਘਰ ਦੀ ਨੀਡ ਕੀ ਹੈ, ਮੈਨੂੰ ਕੀ ਜ਼ਰੂਰਤ ਆ। ਮੈਂ ਲੋਕ ਇਹ ਕਹਿੰਦੇ ਮੈਂ ਲੋਕਾਂ ਨਾਲ ਥੋੜੀ ਰਹਿਣਾ, ਜਦੋਂ ਮੇਰੀ ਫੈਮਿਲੀ ਮੇਰੇ ਨਾਲ ਆ ਮੈਂ ਲੋਕਾਂ ਤੋਂ ਕੀ ਲੈਣਾ ਵਾ। ਠੀਕ ਹੈ, ਮੈਂ ਆਪਣੀ ਫੈਮਿਲੀ ਦੇਖਾਂ, ਸਾਡੇ ਅੱਗੇ ਬੱਚੇ ਹੋ ਗਏ, ਸਾਡਾ ਬੂਹਾ ਖੁੱਲ ਗਿਆ ਤੇ ਫਿਰ ਆਪਾਂ ਉੱਥੇ ਲੋਕਾਂ ਦਾ ਇਹਨਾਂ ਨੇ ਸੁਣਨੀ ਬਿਲਕੁਲ ਕਦੇ ਸੁਣੀ ਨਹੀਂ ਇਹਨਾਂ ਨੇ। ਕੀ ਸੁਣਨੀ ਉੱਥੇ ਲੋਕਾਂ ਦੀ? ਅੱਛਾ, ਲੋਕਾਂ ਦੀ ਇਹਨਾਂ ਨੇ ਕਦੇ ਨਹੀਂ ਸੁਣੀ ਵਿੱਚ। ਅੱਛਾ, ਤੇ ਇਹ ਇੱਕ ਦੂਜੇ ਦਾ ਸਹਾਰਾ ਬਣ ਕੇ ਤੇ ਘਰ ਦੇ ਕੰਮ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਔਰਤ ਵਾਲੀਆਂ ਜ਼ਿੰਮੇਵਾਰੀਆਂ ਇਹ ਸਾਂਭਦੀਆਂ ਤੇ ਮਰਦਾਂ ਵਾਲੀਆਂ ਜ਼ਿੰਮੇਵਾਰੀਆਂ ਇਹ ਸਾਂਭਦੇ ਆ। ਹਾਂਜੀ, ਹੁਣ ਜਦੋਂ ਮੈਂ ਈਵਨ ਕਿ ਜਾਂਦੇ ਆ ਜਿਵੇਂ ਘਰ ਹੁੰਦੇ ਆ ਕੋਈ ਦੁੱਧ ਲੈ ਕੇ ਆਉਣਾ ਕੁਝ ਲੈ ਕੇ ਆਉਣਾ, ਆ ਵੱਡੇ ਮੰਮਾ ਜਾਂਦੇ ਆ ਸਾਈਕਲ ਚਲਾਉਂਦੇ ਆ, ਸਾਈਕਲ ਤੇ ਪਿੰਡ ਜਾਂਦੇ ਆ, ਸਾਈਕਲ ਤੇ ਜਾ ਕੇ ਦੁੱਧ ਵੀ ਲੈ ਕੇ ਆਉਂਦੇ ਆ, ਕੋਈ ਇਹ ਆਪਣੀ ਦਵਾਈ ਵੀ ਲੈ ਆਉਂਦੇ ਆ, ਕੋਈ ਨਾਰਮਲ ਕੋਈ ਪ੍ਰੋਬਲਮ ਆ ਇਹਨਾਂ ਸਾਈਕਲ ਤੇ ਜਾ ਕੇ ਆਪਣਾ ਕੰਮ ਕਰ ਆਉਣਾ ਜੋ ਵੀ ਹੈ। ਅੱਛਾ, ਇਹ ਮਾਤਾ ਹੋਰੀ ਇਹ ਘਰੇ ਰਹਿੰਦੇ ਆ, ਇਹ ਬਸ ਘਰ ਦਾ ਕੰਮ ਜਿਵੇਂ ਕੁਝ ਘਰੇ ਕੁਝ ਤੁਰ ਕੇ ਜਾਣਾ ਪੈਂਦਾ ਨਾ। ਜੇ ਇਹਨਾਂ ਨੂੰ ਕੋਈ ਲੋੜ ਹੈ ਇਹ ਪੈਦਲ ਜਾਂਦੇ ਆ, ਅੱਛਾ ਇਹ ਸਾਈਕਲ ਤੇ ਜਾਂਦੇ ਆ ਵੱਡੇ ਜਿਹੜੇ। ਅੱਛਾ, ਕੀ ਬਾਤ ਆ। ਅੱਛਾ, ਕਦੇ ਤੁਹਾਨੂੰ ਇਹ ਲੱਗਿਆ ਕਿ ਕਦੇ ਮਾਤਾ ਦੇ ਪਿਆਰਾਂ 'ਚ ਦੋਨਾਂ ਦੇ ਪਿਆਰਾਂ 'ਚ ਕਦੇ ਕੋਈ ਫਰਕ ਨਜ਼ਰ ਆਇਆ ਹੋਵੇ? ਨਹੀਂ ਵੀਰ ਜੀ, ਕਦੇ ਵੀ ਨਹੀਂ, ਕੋਈ ਫਰਕ ਨਹੀਂ ਹੋਇਆ ਇਹਨਾਂ 'ਚ ਕਦੇ ਵੀ, ਬਿਲਕੁਲ ਪੂਰਾ ਪਿਆਰ ਦਿੱਤਾ। ਹਾਂ, ਇਹ ਜ਼ਰੂਰ ਤੁਹਾਨੂੰ ਦੱਸੇ ਆ ਬਸ ਇੱਕ ਦੂਜੇ ਨੂੰ ਘੂਰਨ ਪਿੱਛੇ ਬੱਚਿਆਂ ਨੂੰ ਘੂਰਤਾ ਉਹ ਹੁੰਦਾ, ਹੋਰ ਆਪਸ 'ਚ ਇਹਨਾਂ ਦਾ ਬਹੁਤ ਪਿਆਰ ਹੈ। ਅੱਛਾ, ਨਹੀਂ ਕਦੇ ਤੁਹਾਨੂੰ ਇਹ ਚੀਜ਼ ਦਾ ਲੱਗਿਆ ਹੋਵੇ ਵੀ ਮੇਰੀ ਮਾਂ ਇਹ ਜ਼ਿਆਦੇ ਆ ਉਹ ਘੱਟ ਹੈ ਕਿਉਂਕਿ ਪਿਆਰ ਕਦੇ ਇਹ ਮਾਂ ਨੇ ਜ਼ਿਆਦੇ ਕਰਿਆ ਹੋਵੇ? ਨਹੀਂ ਵੀਰ ਜੀ, ਇਦਾਂ ਕਦੇ ਨਹੀਂ ਹੋਇਆ ਲਾਈਫ 'ਚ, ਦੋਨੇ ਪਿਆਰ ਉਹਨੇ ਅੱਜ ਦੇ ਟਾਈਮ 'ਚ ਕੋਈ ਕੰਡਾ ਵੀ ਅੱਜ ਦਾ ਸਾਡੇ ਦੋਨਾਂ ਦੀ ਜਾਨ ਤੇ ਬਣ ਜਾਂਦੀ ਹੈ ਵੀ ਸਾਡੇ ਬੱਚਿਆਂ ਨੂੰ ਕੁਝ ਹੋਵੇ ਨਾ। ਹੁਣ ਚਲੋ ਮੈਂ ਤਾਂ ਚਲੋ ਇਹਨਾਂ ਦੀ ਬੇਟੀ ਆ ਮੇਰਾ ਬੇਟਾ ਵਾ, ਦੂਸਰਾ ਛੋਟਾ ਆਪਣਾ ਜਿਸ ਕਾਰਨ ਮੇਰਾ ਬੇਟਾ, ਇੱਕ ਦੂਜੇ ਦੋਨੇ ਬੱਚੇ, ਉਹਨਾਂ ਨੂੰ ਵੀ ਜੇ ਕੁਝ ਹੁੰਦਾ ਇਹ ਆਪ ਭੱਜ ਕੇ ਜਾਂਦੇ ਆ, ਮੈਂ ਤਾਂ ਡਿਊਟੀ ਤੇ ਹੁੰਨੀ ਆ, ਇਹ ਖੁਦ ਹੀ ਜਾਂਦੇ ਆ। ਜੇ ਬੱਚੇ ਬਿਮਾਰ ਹੋ ਜਾਂਦੇ ਆ ਤਾਂ ਇਹਨਾਂ ਨੂੰ ਕਹਿਦਾ ਜਾ ਕੇ ਸਕੂਲੋਂ ਲੈ ਕੇ ਆਓ, ਇਹ ਖੁਦ ਉਹਨਾਂ ਦਾ ਵੀ ਨਹੀਂ ਚੜਦੇ ਕਿ ਬੱਚਿਆਂ ਨੂੰ ਬਿਨਾਂ ਵੀ ਕੁਝ ਕੰਡਾ ਵੀ ਨਾ ਲੱਗੇ ਸਾਡੇ ਬੱਚਿਆਂ ਨੂੰ। ਅੱਛਾ, ਇੰਨਾ ਪਿਆਰ ਹੈ, ਇੰਨਾ ਪਿਆਰ ਹੈ। ਅੱਛਾ, ਕਿਵੇਂ ਰਿਹਾ ਤੁਹਾਡਾ ਦੋਨਾਂ ਦਾ ਰਿਸ਼ਤਾ ਜੀ? बहुत बढ़िया रहा। ਬਹੁਤ ਵਧੀਆ ਰਿਹਾ। हाँ जी। ਆਪਸ ਵਿੱਚ ਹੁਣ ਕਦੇ ਲੜ ਪੈਂਦੇ ਹੋ ਜਾਂ ਲੜਦੇ नहीं ਨਹੀਂ? नहीं, बच्चे पीछे मारी मोटी होते बस। ਉਹ ਨਹੀਂ ਕਦੇ ਲੜੇ ਹੈ? ना ਅੱਛਾ, ਜਦੋਂ ਵਿਆਹ ਹੋਇਆ ਉਦੋਂ ਡਰ ਲੱਗਦਾ ਸੀਗਾ ਵੀ ਵਿਆਹ ਹੋ ਗਿਆ ਪਤਾ ਨਹੀਂ ਕਹੇ ਜੀ ਅੱਗੋਂ ਨਾਲ ਮਿਲੂਗੀ ਮੈਨੂੰ, ਕਹੇ ਜੀ ਟੱਕਰੂਗੀ ਅੱਗੋਂ, ਉਦੋਂ ਡਰ ਲੱਗਦਾ ओहे ਸੀ? जहा वीर जी हो जाए बंदा, ਹੈ ओहे जहा हो जाएगी। ਉਹੇ ਜੇ ਹੋ ਜਾਂਦੇ ਸੀ? हाँ जी वीरे। ਅੱਛਾ, ਤੁਹਾਨੂੰ ਉਦੋਂ ਕਦੇ ਡਰ ਲੱਗਿਆ ਸੀਗਾ ਵੀ ਹੁਣ ਦੂਜਾ ਵਿਆਹ ਕਰ ਲਿਆ, ਜਨਾਨੀ ਘਰੇ ਇੱਕ ਨਹੀਂ ਮਾਣ ਹੁੰਦੀ ਵੀ ਇਹ ਦੋ ਹੋ ਗਈਆਂ ਵੀ ਹੁਣ ਕਿਵੇਂ ਚੱਲੂਗਾ ਕੰਮ? ਉਹਦਾ ਵੀ ਤੈਨੂੰ ਪਤਾ ਹੀ ਆ, ਫਿਰ ਉਹਦਾ ਜਦ ਇਹ ਗੱਲਾਂ ਕੱਢ ਕੇ ਮਨ ਦੇ ਵਿੱਚੋਂ ਇਹ ਕੀਤਾ ਸੀਗਾ ਅੱਛਾ, ਵੀ ਚਾਹੇ ਆਰ ਲੱਗੇ ਚਾਹੇ ਪਾਰ ਲੱਗੇ ਕੰਮ ਕਰਨਾ ਹੈ। ਇਹ ਕੰਮ ਕਰ ਮੇਰੀ ਇਹ ਜਿੱਦ ਸੀ। ਅੱਛਾ, ਜਿੱਦ ਸੀ? ਹਾਂ, ਜਿੱਦ ਸੀ ਮੇਰੀ ਇਹ। ਅੱਛਾ, ਜਾਨੀ ਉਹਨਾਂ ਨੂੰ ਦਿਖਾਉਣਾ ਸੀ, ਇਸੇ ਸਰਪੰਚ ਆਹੋ ਮੇਰਾ ਮਾਸੜ, ਹਾਂ ਉਹਨੂੰ ਦਿਖਾਇਆ ਸੀਗਾ। ਹਾਂ। ਅੱਛਾ, ਲੋਕਾਂ ਨੂੰ ਦਿਖਾਇਆ ਹੈ ਜਾਨੀ ਤੁਸੀਂ? ਹਾਂ, ਲੋਕਾਂ ਨੂੰ ਦੱਸਿਆ ਵੀ ਭਾਈ ਆਹ ਹੈ ਵੀ ਐ ਹੁੰਦਾ ਹੈ। ਅੱਛਾ ਭੈਣੇ, ਲੋਕ ਇਹ ਗੱਲ ਦਾ ਤਮਾਸ਼ਾ ਦੇਖਣ ਵਾਲੇ ਵੀ ਹੁੰਦੇ ਹੋਣਗੇ ਵੀ ਇਹ ਘਰ ਕੋਈ ਔਲਾਦ ਨਹੀਂ, ਇਹ ਘਰ 'ਚ ਇਹ ਪੀੜ੍ਹੀ ਤੋਂ ਬਾਅਦ ਕੋਈ ਹੋਣਾ ਵੀ ਹੈ ਨਹੀਂ, ਜ਼ਮੀਨ ਜਾਇਦਾਦ ਹੈ ਉਹ ਵੀ ਐਂ ਚਲੀ ਜਾਊਗੀ। ਲੱਗਦਾ ਕਿ ਉਹ ਲੋਕਾਂ ਦੇ ਅੰਦਰ ਤਾਂ ਖੁਸ਼ੀਆਂ ਸੀ, ਪਰ ਜਦੋਂ ਇਹ ਭੈਣ ਹੋਰਾਂ ਨੇ ਇਹ ਫੈਸਲਾ ਲੈ ਲਿਆ ਤਾਂ ਉਹ ਲੋਕਾਂ ਦਾ ਮਾਹੌਲ ਗਮਗੀਨ 'ਚ ਜਾਂ ਗਮੀ 'ਚ ਬਦਲ ਗਿਆ। ਹਾਂਜੀ ਵੀਰ ਜੀ, ਹੈਗਾ ਵਾ, ਕਿਉਂਕਿ ਅਗਲੇ ਨੂੰ ਇਹ ਹੋ ਜਾਂਦਾ ਸਾਨੂੰ ਕਿ ਇੱਥੋਂ ਕੋਈ ਆਸ ਆ, ਸਾਨੂੰ ਕੁਝ ਇੱਥੋਂ ਮਿਲੇਗਾ, ਇਹਨਾਂ ਦੇ ਕੁਝ ਨਹੀਂ ਹੈਗਾ ਸਾਨੂੰ ਮਿਲਣਾ। ਲੇਕਿਨ ਜਦੋਂ ਉਹ ਆਪਣੀ ਆਸ ਹੀ ਖਤਮ ਹੋ ਗਈ ਫਿਰ ਉਹਨਾਂ ਨੇ ਰੱਖਿਆ ਉਹਨਾਂ ਨੇ ਮਨਾਂ 'ਚ। ਮੇਰੇ ਖੁਦ ਵੀ ਮੈਂ ਦੇਖਿਆ ਵਾ ਕਾਫੀ ਰਿਸ਼ਤੇਦਾਰਾਂ ਦੇ ਮਨਾਂ 'ਚ ਇਹ ਰਿਹਾ ਵੀ ਬੱਚੇ ਉਹਨਾਂ ਦੇ ਉਹਨੇ ਬੱਚੇ ਆ, ਤੇ ਇੱਥੋਂ ਤੱਕ ਕਿ ਮੇਰੇ ਦਾਦੀ ਕਹਿੰਦੇ ਹੁੰਦੇ ਸੀ ਮੈਂ ਨਹੀਂ ਰੋਟੀ ਖਾਣੀ ਇਹਨਾਂ ਦੇ ਹੱਥ ਦੀ, ਛੋਟੇ ਮੰਮਾ ਦੀ, ਮੈਂ ਨਹੀਂ ਇਹਦੇ ਹੱਥ ਦੀ ਖਾਣੀ। ਮੈਂ ਉਹ ਤਾਂ ਹੀ ਫਿਰ ਵੱਡੇ ਮੰਮਾ ਕਹਿੰਦੇ ਜੇ ਤੁਸੀਂ ਇਹਨਾਂ ਦੇ ਹੱਥ ਦੀ ਨਹੀਂ ਖਾਣੀ ਫਿਰ ਤੁਸੀਂ ਨਾ ਖਾਓ, ਕੋਈ ਗੱਲ ਨਹੀਂ, ਬਾਕੀ ਤੁਸੀਂ ਦੇਖ ਲਓ ਕਿਵੇਂ ਕਰਨਾ, ਮੈਨੂੰ ਅੱਡ ਕਰ ਦਿਓ, ਮੈਨੂੰ ਅੱਡ ਕਰ ਦਿਓ, ਇਹ ਚੱਕਰ ਸੀਗਾ ਉਹਨਾਂ ਦਾ। ਫਿਰ ਉਹ ਚਲੋ ਭੂਆ ਜੀ ਹੁਣੀ ਲੈ ਗਏ ਸੀ ਬੇਬੇ ਨੂੰ, ਸਾਡੇ ਨੂੰ, ਦਾਦੀ ਜੀ ਨੂੰ, ਤੇ ਚਲੋ ਉੱਥੇ ਹੀ ਰਹੇ ਆ। ਤੇ ਲੇਕਿਨ ਹਾਂ ਇਹਨਾਂ 'ਚ ਕਦੇ ਕੋਈ ਫਿੱਕ ਨਹੀਂ ਪਿਆ, ਉਹ ਚਲੇ ਗਏ ਲੇਕਿਨ ਇਹਨਾਂ ਦੋਨਾਂ 'ਚ ਪੂਰਾ ਪਿਆਰ ਰਿਹਾ। ਅੱਛਾ, ਇਹਨਾਂ ਦੋਨਾਂ 'ਚ ਪੂਰਾ ਪਿਆਰ? ਹਾਂਜੀ। ਕੀ ਬਾਤ। ਉਹ ਚਲੇ ਗਏ, ਇਹਨਾਂ ਨੇ ਨਹੀਂ ਕਿਹਾ ਸੀ ਵੀ ਤੁਸੀਂ ਜਾਓ, ਉਹ ਸਿਰਫ ਇਹ ਘਰ ਵਿੱਚ ਕਹਿੰਦੇ ਮੈਂ ਆ ਨਹੀਂ ਰੋਟੀ ਖਾਣੀ, ਮੈਂ ਐ ਨਹੀਂ ਕਰਨਾ, ਜਿਵੇਂ ਉਹ ਅਗੇਂਸਟ ਸੀ। ਕਹਿੰਦੀ ਮੈਂ ਰੋਟੀ ਨਹੀਂ ਖਾਣੀ, ਜਦ ਮੇਰਾ ਸਹੁਰਾ ਰੋਟੀ ਖਾਂਦਾ सारी बेसाइमत ਤੇ ਬਾਕੀ ਅਸੀਂ ਆ। ਮੈਂ ਹੁਣ ਕਹਿੰਦੀ ਆ ਜਿੱਦਣ ਦੀ ਇਹ ਆਈ ਆ ਮੈਂ ਰੋਟੀ ਪਕਾ ਕੇ ਨੀ ਦੇਖੀ। ਇਹ ਪਕਾਉਂਦੀ ਆ? ਹਾਂ, ਮੇਰੇ ਦਾ ਇੰਨੇ ਕੁ ਫੁਲਕੇ ਹੁੰਦੇ ਆ, 4 ਫੁਲਕੇ ਨੇ ਬਣਾਉਣੇ ਆ ਬਸ। ਸਾਡੇ ਜਿਹੜੇ ਆ ਮਾਤਾ ਜੀ ਨੇ ਹੁਣ ਜਿਵੇਂ ਆ ਬਜ਼ੁਰਗ ਹੋ ਚੁੱਕੇ ਆ, ਇਹਨਾਂ ਤੋਂ ਕੋਈ ਨਹੀਂ ਕੰਮ ਹੁੰਦਾ, ਇਹ ਇਹਨਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ, ਰੋਟੀ ਪਾਣੀ ਬਣਾ ਕੇ ਵੀ ਦਿੰਦੇ ਆ, ਕੱਪੜੇ ਵੀ ਇਹਨਾਂ ਦੇ ਧੋ ਕੇ ਦਿੰਦੇ ਆ। ਇਹ ਮਾਤਾ ਹੋਰੀ? ਹਾਂਜੀ, ਇਹ ਧੋ ਕੇ ਦਿੰਦੇ, ਸਾਰਾ ਕੁਝ ਕਰਦੇ ਆ ਕੰਮ ਇਹਨਾਂ ਦਾ। ਕੀ ਬਾਤ। ਇਹ ਪਹਿਲੀ ਮਿਸਾਲ ਆ ਹਨਾ ਵੀ ਜਿੱਥੇ ਦੋਨਾਂ 'ਚ ਇੰਨਾ ਪਿਆਰ ਹੈਗਾ।
ਤੁਸੀਂ ਜਦੋਂ ਮਰਜ਼ੀ ਵੀਰ ਜੀ ਆ ਕੇ ਦੇਖ ਲਓ, ਕੋਈ ਵੀ ਕਦੇ ਨਹੀਂ ਮੈਂ ਤੱਕ ਦੇਖਿਆ ਹੀ ਨਹੀਂ ਵੀ ਇਹ ਲੜਦੇ ਹੋਣਗੇ, ਅੱਛਾ ਕਦੀ ਵੀ ਨਹੀਂ। ਇਹ ਇੰਨੀ ਇਹ ਜੀ ਕਿਹੜੀ ਗੱਲ ਰਹਿੰਦੀ ਹੈ ਬੇਬੇ ਜਿਹੜੇ ਇਹਨਾਂ ਜੋੜ ਕੇ ਰੱਖਦੀ ਹੈ? ਨਹੀਂ ਤਾਂ ਦੋ ਭਾਂਡੇ ਹੁੰਦੇ ਖੜਕਦੇ ਤਾਂ ਹੁੰਦੇ ਹੀ ਆ, ਪਰ ਤੁਹਾਡੇ ਦੋ ਉਹ ਨਹੀਂ ਖੜਕਦੇ ਹੁੰਦੇ ਆ, ਮੈਂ ਹੁਣ ਜਾ ਕੰਮੇ ਨਹੀਂ ਕਰਨਾ ਹੈਗਾ ਕੋਈ। ਜਿਵੇਂ ਕਹਿੰਦੇ ਹੁੰਦੇ ਆ ਕਿ ਦੋ ਭਾਂਡੇ ਨੇ ਜਿੱਥੇ ਉੱਥੇ ਤਾਂ ਖੜਕਦੇ ਹੁੰਦੇ ਆ, ਖਾਸ ਕਰਕੇ ਦੋ ਔਰਤਾਂ ਜਿੱਥੇ ਹੋਣ ਉੱਥੇ ਤਾਂ ਖੜਕਦੇ ਹੁੰਦੇ ਆ। ਕਦੇ ਇਹਨਾਂ 'ਚ ਨਹੀਂ ਖੜਕੇ ਹੈਗੇ? ਨਹੀਂ ਵੀਰ ਜੀ, ਇਹਨਾਂ 'ਚ ਕਦੇ ਨਹੀਂ ਹੋਇਆ, ਕਿਉਂਕਿ ਇਹ ਇਸ ਕਰਕੇ ਨਹੀਂ ਹੋਇਆ, ਜਿਹੜੇ ਵੱਡੇ ਮੰਮਾ ਇਹਨਾਂ ਦੀ ਇਹ ਥਿੰਕਿੰਗ ਇਹ ਸੋਚਦੇ ਆ ਕਿ ਜਿਹੜੇ ਮੇਰੇ ਛੋਟੇ ਮੰਮਾ ਇਹਨਾਂ ਦੇ ਸਿਰ ਤੋਂ ਸਾਡੀ ਜੜ ਚੱਲੀ ਹੈ, ਸਾਡਾ ਘਰ ਇਹਨਾਂ ਦੇ ਸਿਰ ਤੋਂ ਬੰਨਿਆ ਗਿਆ। ਨਹੀਂ ਅੱਜ ਇਸ ਘਰ ਵਿੱਚ ਨਾ ਤੁਸੀਂ ਬੈਠੇ ਹੋਣਾ ਸੀ ਨਾ ਅਸੀਂ ਬੈਠੇ ਹੋਣਾ ਸੀ, ਠੀਕ ਹੈ ਨਾ। ਤੇ ਇਹਨਾਂ ਦੇ ਸਿਰੋਂ ਅਸੀਂ ਅੱਜ ਇੱਥੇ ਬੈਠੇ ਆ, ਇਹਨਾਂ ਦੇ ਸਿਰ ਤੋਂ ਬੱਚੇ ਹੋਏ ਆ, ਇਹਨਾਂ ਦੀ ਜੜ੍ਹਾਂ ਤੇ ਇਹ ਇਸ ਚੀਜ਼ ਦੀ ਰਿਸਪੈਕਟ ਕਰਦੇ ਆ। ਕੀ ਬਾਤ ਹੈ। ਅੱਛਾ ਭੈਣੇ, ਤੁਸੀਂ ਦੱਸਦੇ ਹੋ ਕਿ ਹਾਲਾਤ ਤੇ ਸੂਈਆਂ ਫੇਰ ਉਵੇਂ ਘੁੰਮਦੀਆਂ ਨੇ, ਹਨਾ, ਕਿ ਵਿਆਹ ਕਰਾਇਆ ਗਿਆ ਹੁੰਦਾ ਕਿ ਘਰ ਦੇ ਦਰਵਾਜ਼ੇ ਖੁੱਲੇ ਰਹਿਣਗੇ, ਧੀਆਂ ਤਾਂ ਚਲੋ ਦੋ ਹੁੰਦੀਆਂ ਨੇ, ਇੱਕ ਤੁਹਾਡਾ ਛੋਟਾ ਭਰਾ ਵੀ ਹੁੰਦਾ ਤੁਹਾਡੇ ਤੋਂ, ਹਨਾ, ਤੇ ਉਹ ਭਰਾ ਵੀ ਨਹੀਂ ਰਹਿੰਦਾ ਹੈਗਾ, ਉਹ ਭਰਾ ਦੀ ਵੀ ਮੌਤ ਹੋ ਜਾਂਦੀ ਹੈ। ਵੀਰ ਜੀ ਪਤਾ ਕੀ, ਇਹਨਾਂ ਨੇ ਜਿਸ ਚੀਜ਼ ਲਈ ਸਭ ਕੁਝ ਕੀਤਾ ਸੀ ਉਸ ਚੀਜ਼ ਦਾ ਹੀ ਦੁਬਾਰਾ ਜੋ ਡਰ ਜਿਹਨੂੰ ਸਤਾ ਰਿਹਾ ਸੀ ਉਹੀ ਹੋਇਆ, ਕਿਉਂਕਿ ਸਮਾਂ ਬਹੁਤ ਬਲਵਾਨ ਹੈ। ਸਮਾਂ ਆਪਣੇ ਆਪਾਂ ਇਨਸਾਨ ਜੋ ਸੋਚਦਾ ਹਮੇਸ਼ਾ ਉਹੀ ਨਹੀਂ ਹੁੰਦਾ ਗਾ, ਉਹੀ ਚੀਜ਼ ਹੋਈ। 25 ਈਅਰਸ 'ਚ ਮੇਰੇ ਬ੍ਰਦਰ ਦੀ ਡੈਥ ਹੋ ਜਾਂਦੀ ਹੈ ਬ੍ਰੇਨ ਹੈਮਰੇਜ ਨਾਲ। ਗੱਲ ਕੀ ਗਨੀਮਤ ਇਸ ਸਮੇਂ ਉਹ ਮੈਰਿਡ ਸੀ, ਚਲੋ ਇੱਕ ਉਹਨਾਂ ਦਾ ਬੇਟਾ ਸੀਗਾ। ਇਹ ਸਾਡੇ ਕੋਲੇ ਹੋਣਾ ਸੀ, ਬੇਸ਼ੱਕ ਇਹ ਦੋਨੋਂ ਰਹਿੰਦੇ ਮੰਮਾ, ਲੇਕਿਨ ਸਾਨੂੰ ਇਹ ਹੈਗਾ ਕਿ ਮੇਰੇ ਬ੍ਰਦਰ ਦੀ ਜੜ ਲੱਗੀ ਹੋਈ ਹੈ, ਉਹਨਾਂ ਦਾ ਬੇਟਾ ਤਾਂ ਹੈਗਾ ਹੀ। ਜਿਸ ਚੀਜ਼ ਲਈ ਇਹਨਾਂ ਨੇ ਮੈਰਿਜ ਕੀਤੀ ਸੀ ਪਾਪਾ ਦੀ ਮੇਰੇ ਮੰਮਾ ਨੇ, ਉਹ ਚੀਜ਼ ਫਿਰ ਵੀ ਸਾਡੇ ਕੋਲੇ ਹਜੇ ਹੈਗੀ ਆ, ਉਮੀਦ ਹੈਗੀ ਸਾਡੇ ਕੋਲੇ। ਇੱਕ ਬੱਚਾ ਹੈਗਾ ਮੇਰੇ ਬ੍ਰਦਰ ਦਾ ਬੇਟਾ ਜੀ, ਚਲੋ ਉਹ ਜਿਸ ਚੀਜ਼ ਲਈ ਕੀਤਾ ਸੀ ਉਹ ਚੀਜ਼ ਹੈ ਸਾਡੇ ਕੋਲ ਇਸ ਟਾਈਮ। ਉਹੀ ਚੀਜ਼ ਸਮਝ ਲਓ ਐਂਡ ਤੇ ਬ੍ਰਦਰ ਤਾਂ ਰਿਹਾ ਨਹੀਂ, ਚਲੋ, ਤੇ ਫਿਰ ਵੀ ਉਹਦੀ ਕੋਈ ਅੱਗੇ ਉਹਦਾ ਬੱਚਾ ਹੈਗਾ ਆਪਣੇ ਕੋਲ, ਨਿਸ਼ਾਨੀ ਹੈਗੀ ਆਪਣੇ ਕੋਲ ਜਿਹਦੇ ਸਿਰ ਤੇ ਜੀ ਰਹੇ ਨੇ ਹੁਣ ਵੀ। ਨਹੀਂ ਤਾਂ ਇੱਕ ਜਵਾਨ ਬੇਟੇ ਡੈਥ ਹੋਣੀ, ਮੈਨੂੰ ਪਤਾ ਕਿ ਆਫਟਰ ਡੈਥ ਤੇ ਬ੍ਰਦਰ ਦੇ ਇਹਨਾਂ ਦਾ ਕੀ ਹਾਲ ਸੀ। ਬਹੁਤ ਜ਼ਿਆਦਾ ਬੁਰੇ ਹਾਲਾਤਾਂ ਚੋਂ ਵੀ ਗੁਜ਼ਰੇ, ਕਿਉਂਕਿ ਇੱਕ ਬੰਦਾ ਨਾ ਸਾਰੀ ਉਮਰ ਆਪਣਾ ਸਭ ਕੁਝ ਦੇਤਾ ਇਹਨਾਂ ਨੇ ਇੱਕ ਟਾਈਮ, ਸਿਰਫ ਕਿਹਦੇ ਲਈ? ਇੱਕ ਬੱਚੇ ਲਈ। ਲੇਕਿਨ ਜਦੋਂ ਬੱਚਾ ਹੀ ਨਹੀਂ ਘਰ 'ਚ ਰਿਹਾ, ਫਿਰ ਇਹ ਘਰ ਜਾਂ ਚੀਜ਼ਾਂ ਕਿਸ ਕੰਮ ਦੀਆਂ। ਬਹੁਤ ਜ਼ਿਆਦਾ ਟੁੱਟ ਗਏ ਸੀ ਇੱਕ ਟਾਈਮ, ਅਸੀਂ ਸਾਰੇ ਜਾਣੇ ਬਹੁਤ ਔਖੇ ਟਾਈਮ 'ਚੋਂ ਨਿਕਲੇ ਉਸ ਟਾਈਮ। ਫਿਰ ਉਸ ਤੋਂ ਬਾਅਦ ਫਿਰ ਚਲੋ ਹੌਲੀ ਹੌਲੀ ਇਹਨਾਂ ਨੂੰ ਸਮਝਾਇਆ। ਮੰਮਾ ਬਹੁਤ ਰੋਂਦੇ ਹੁੰਦੇ ਸੀ, ਇਹਨਾਂ ਦੀ ਈਵਨ ਕਹਿੰਦਾ ਕਿ ਅੱਖਾਂ ਵੀ ਖਰਾਬ ਹੋ ਚੁੱਕੀਆਂ ਨੇ ਰੋ ਕੇ, ਇਹਨਾਂ ਦੀ ਇੱਕ ਅੱਖ ਦੀ ਨਿਗਾਹ ਵੀ ਹੈ ਨਹੀਂ। ਇਹ ਜ਼ਿਆਦਾ ਰੋਂਦੇ ਹੁੰਦੇ ਸੀਗੇ, ਇਹਨਾਂ ਦਾ ਰੋਣਾ ਹੀ ਰੋਣਾ, ਇਹ ਵੀ ਜ਼ਿਆਦਾ ਰੋਂਦੇ ਹੁੰਦੇ ਸੀ। ਇੱਕ ਅੱਖ 'ਚ ਇਹਨਾਂ ਲੈਂਸ ਪਵਾਇਆ, ਫਿਰ ਮੈਂ ਬਾਅਦ ਵਿੱਚ ਇੱਕ ਅੱਖ ਦੀ ਨਿਗਾਹ ਖਰਾਬ ਹੋ ਗਈ ਸੀਗੀ ਰੋਣ ਕਰਕੇ। ਜ਼ਿਆਦਾ ਰੋਂਦੇ ਰਹਿੰਦੇ ਸੀ ਕਿ ਮੈਂ ਉਹ ਯਾਦ ਕਰਕੇ, ਤੇ ਉਹਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਂਦੇ ਰਹਿੰਦੇ ਸੀ। ਫਿਰ ਇਹਨਾਂ ਨੂੰ ਸਮਝਾਇਆ, ਇਹਨਾਂ ਨੂੰ ਐਗਜ਼ਾਮਪਲਸ ਦਿੱਤੀਆਂ ਮੈਂ ਕਿ ਤੁਸੀਂ ਇਹ ਸੋਚੋ ਵੀ ਜਿਨ੍ਹਾਂ ਦੇ ਚਲੋ ਸਭ ਕੁਝ ਅਗਲਾ ਕਰ ਵੀ ਲੈਂਦਾ, ਲੇਕਿਨ ਉਹਨਾਂ ਦੇ ਬਾਅਦ ਵਿੱਚ ਸਭ ਕੁਝ ਜਾਇਦਾਦਾਂ ਜ਼ਮੀਨਾਂ ਸਭ ਪਈਆਂ ਰਹੀਆਂ, ਲੇਕਿਨ ਉਹਨਾਂ ਦਾ ਕੋਈ ਬੱਚਾ ਹੈ ਨਹੀਂ। ਫਿਰ ਉੱਥੇ ਉਸ ਨਾਲ ਤਾਂ ਆਪਾਂ ਨੂੰ ਵਾਹਿਗੁਰੂ ਨੇ ਬਹੁਤ ਵਧੀਆ ਜਗ੍ਹਾ ਰੱਖਿਆ, ਆਪਣੇ ਕੋਲ ਕੋਈ ਦੇਖਣ ਨੂੰ ਨਿਸ਼ਾਨੀ ਤਾਂ ਹੈਗੀ ਹੈ ਨਾ ਬ੍ਰਦਰ ਦੀ। ਇਸ ਚੀਜ਼ ਨੂੰ ਇਹਨਾਂ ਨੂੰ ਕਰਕੇ ਹੁਣ ਇਹ ਸੈਟੀਸਫਾਈ ਨੇ, ਇਹਨਾਂ ਦਿਖਾਈ ਤੇ ਦੁਨੀਆ ਦੇ ਹੋਰ ਪਾਸੇ ਦੱਸੀਦਾ ਕਿ ਦੁਨੀਆ ਬਹੁਤ ਜ਼ਿਆਦਾ ਤੰਗ ਹੈ, ਲੇਕਿਨ ਆਪਾਂ ਫਿਰ ਵੀ ਉਸ ਤੋਂ ਬੈਟਰ ਹਾਂ, ਬਹੁਤ ਜ਼ਿਆਦਾ ਵਧੀਆ ਥਾਂ ਤੇ ਆਪਾਂ ਨੂੰ ਵਾਹਿਗੁਰੂ ਜੀ ਨੇ ਰੱਖਿਆ। ਅੱਛਾ ਬਈ, ਕਿਵੇਂ ਲੱਗਦਾ ਦੋ ਨਾਨੀਆਂ ਦਾ ਪਿਆਰ ਤੁਹਾਨੂੰ ਮਿਲਦਾ ਹੈਗਾ? ਇਹ ਭੈਣ ਹੋਰਾਂ ਦੇ ਬੇਟੇ ਨੇ, ਕਿਵੇਂ ਲੱਗਦਾ? ਮੈਨੂੰ ਤਾਂ ਬਹੁਤ ਵਧੀਆ ਲੱਗਦਾ ਵਾ, ਦੋਵਾਂ ਪਾਸਿਓਂ ਪਿਆਰ ਮਿਲਣਾ ਵਾ ਬਹੁਤ ਵਧੀਆ। ਯਾਨੀ ਕਿ ਜੇ ਮੈਨੂੰ ਕਦੇ ਵੱਡੇ ਨਾਨੀ ਘੂਰ ਦਿੰਦੇ ਕਿਸੇ ਗੱਲੋਂ, ਤੇ ਛੋਟੀ ਕਹਿੰਦੇ ਵੀ ਨਾ ਘੂਰ, ਬੱਚਾ ਵਾ ਹਜੇ ਨਦਾਨ ਆ, ਕਰ ਲੈਂਦੇ ਸ਼ੌਂਕ ਪੂਰੇ। ਮੈਂ ਕੰਨ ਬਣਾ ਕੇ ਆਇਆ, ਨਾਨੀ ਨੂੰ ਮੈਂ ਦੱਸਿਆ, ਨਾਨੀ ਮੈਨੂੰ ਬਹੁਤ ਬੋਲੇ ਵੀ ਕੀ ਕੰਮ ਕਰਕੇ ਆਇਆ ਵਾ, ਤੇ ਛੋਟੇ ਨਾਨੀ ਕਹਿੰਦੇ ਕੋਈ ਨਾ ਹਜੇ ਬੱਚਾ ਵਾ, ਇਹਦਾ ਸ਼ੌਂਕ ਸੀ ਵੀ ਪੂਰਾ ਕਰਨਾ ਇਹਨੇ, ਵੀ ਕਰ ਲੈਣ ਤੋਂ ਪੂਰਾ, ਜਦੋਂ ਹੋ ਗਿਆ ਆਪਦਾ ਮੈਚਿਓਰ ਆਪੇ ਸਮਝ ਜਾਊਗਾ। ਅੱਛਾ। ਤੇ ਮੈਨੂੰ ਨਾਨੀ ਨੇ ਯਾਨੀ ਕਿ ਬੁਲਾਇਆ ਨਹੀਂ 2-4 ਦਿਨ ਤੱਕ, ਬਿਲਕੁਲ ਨਹੀਂ ਬੁਲਾਇਆ। ਵੱਡੇ ਨਾਨੀ ਨੇ ਮੈਨੂੰ ਬਿਲਕੁਲ ਨਹੀਂ ਬੁਲਾਇਆ ਵੀ ਹਾਂ ਤੂੰ ਆਹ ਕੰਮ ਕਰਕੇ ਆਇਆ ਵਾ, ਵੀ ਠੀਕ ਹੈ ਨਾ, ਤੂੰ ਗਲਤ ਕੀਤਾ ਵਾ। ਨਾਨੀ ਕਹਿੰਦੇ ਕੋਈ ਨਾ, ਵੀ ਬੱਚਾ ਕਰ ਲੈਣ ਦੋ। ਤੇ ਬਾਅਦ ਫਿਰ ਮੇਰੇ ਛੋਟੇ ਬ੍ਰਦਰ ਨੇ ਕਿਹਾ, ਕਹਿੰਦਾ ਮੈਂ ਵੀ ਬਣਾਉਣਾ ਵਾ, ਤੇ ਇਹਦਾ ਕੰਨ ਮੈਂ ਬਣਾ ਕੇ ਲਿਆਇਆ। ਫਿਰ ਮੇਰੇ ਗਾਲਾਂ ਪਈ ਨਾਨੀ ਤੋਂ, ਫਿਰ ਛੋਟੇ ਨਾਨੀ ਨੇ ਰੋਕਿਆ, ਕਹਿੰਦੇ ਕੋਈ ਨਾ। ਅੱਛਾ, ਤੇ ਹੁਣ ਇਹ ਪਰਿਵਾਰ ਹਰਿਆ ਭਰਿਆ, ਇੱਕ ਵਾਰ ਪਰਿਵਾਰ ਬਾਰੇ ਦੱਸ ਦਿਓ ਭੈਣੇ, ਤੁਸੀਂ ਉਹ ਬੱਚੇ ਬਾਰੇ ਦੱਸ ਦਿਓ ਤੇ ਆਪਣੇ ਆ ਸਾਰੇ ਪਰਿਵਾਰ ਬਾਰੇ ਦੱਸ ਦਿਓ। ਇਹ ਵੀਰ ਜੀ ਇਹ ਮੇਰਾ ਬੇਟਾ ਵਾ ਸੁਖਮਨਦੀਪ, ਇਹ +2 ਚ ਸਟੱਡੀ ਕਰ ਰਿਹਾ, ਤੇ ਆ ਮੇਰਾ ਭਤੀਜਾ ਜਸਕਰਨ ਸਿੰਘ, ਇਹ ਤੁਹਾਡੇ ਬ੍ਰਦਰ ਦਾ ਬੇਟਾ, ਇਹ 9th ਕਲਾਸ ਚ ਇਸ ਟਾਈਮ। ਕੀ ਬਾਤ ਹੈ। ਅਤੇ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ ਦਿਖਾਉਣ ਦਾ ਮਕਸਦ ਆਪਣਾ ਇਹ ਹੈ ਕਿ ਜਿਸ ਚੀਜ਼ ਲਈ ਮੰਮੀ ਹੋਣਾ ਨੇ ਕੀਤਾ ਸੀ, ਅੱਜ ਉਹ ਸਾਡੇ ਕੋਲ ਦੋਨੇ ਚੀਜ਼ਾਂ ਹੈਗੀਆਂ ਨੇ। ਆ ਸਾਡਾ ਪਰਿਵਾਰ ਬੈਠੇ ਆ, ਅਸੀਂ ਸਾਰੇ ਇਕੱਠੇ ਬੈਠੇ ਆ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਇਸ ਚੀਜ਼ 'ਚ। ਜੋ ਇਹਨਾਂ ਨੇ ਜਾਣੀ ਕਿ ਕਿਸੇ ਟਾਈਮ ਸਭ ਦਾ ਵਿਰੋਧ ਕਰਕੇ ਚੀਜ਼ ਨੂੰ, ਉਸ ਚੀਜ਼ ਨੂੰ ਇੱਕ ਬੂਟਾ ਲਾਇਆ ਸੀ, ਉਹ ਅੱਜ ਬੂਟੇ ਦੇ ਫਲ ਆ ਚੁੱਕੇ ਆ। ਇਹ ਸਾਡੇ ਵੱਡੇ ਮੰਮਾ ਨਾ ਹੁੰਦੇ ਤਾਂ ਅਸੀਂ ਵੀ ਅੱਜ ਇੱਥੇ ਨਾ ਹੁੰਦੇ। ਕਾਰਨ ਇਹੀ ਸੀ ਕਿ ਬਸ ਇਹਨਾਂ ਦੀ ਜਿੱਦ ਸੀ ਕਿ ਮੈਰਿਜ ਕਰਨੀ ਆ, ਲੇਕਿਨ ਉਹੀ ਜਿੱਦ ਨੇ ਦੇਖੋ, ਇਹ ਜਿੱਦ ਨਾ ਕਰਦੇ ਤਾਂ ਅਸੀਂ ਤਿੰਨੇ ਨਾ ਹੁੰਦੇ ਇੱਥੇ ਇਸ ਟਾਈਮ। ਅੱਜ ਅਸੀਂ ਇਹਨਾਂ ਦੀ ਜਿੱਦ ਦੇ ਮੁਤਾਬਕ ਅਸੀਂ 3 ਜਣੇ ਬੈਠੇ ਹਾਂ, 3 ਜ਼ਿੰਦਗੀਆਂ ਦਿੱਤੀਆਂ ਇਹਨਾਂ ਨੇ ਨਵੀਆਂ ਸਾਨੂੰ। ਦੇਖ ਕੀ ਬਾਤ ਹੈ, ਬਹੁਤ ਸਮਾਂ ਦਿੱਤਾ ਭੈਣੇ ਤੁਹਾਡੇ ਪਰਿਵਾਰ ਨੇ, ਬਹੁਤ ਚੰਗੀ ਗੱਲਬਾਤ ਕੀਤੀ ਤੁਸੀਂ,
ਚੰਗੀ ਗੱਲਬਾਤ ਸਾਨੂੰ ਦੱਸੀ ਤੇ ਦਰਸ਼ਕਾਂ ਤੱਕ ਇਹ ਗੱਲ ਪਹੁੰਚਾਈ ਹੈ ਨਾ, ਕਿ ਤੁਹਾਡੇ ਮਾਤਾ ਦੀ ਕੁਰਬਾਨੀ ਆ, ਤੁਹਾਡੀ ਮਾਤਾ ਦਾ ਇੱਕ ਫੈਸਲਾ ਕਿ ਉਹਨੇ ਅੱਗੇ ਜੜ ਲਾਈ, ਤੇ ਉਹਨਾਂ ਦੀ ਵੀ ਕੁਰਬਾਨੀ ਆ ਕਿ ਉਹਨਾਂ ਨੇ ਸਾਰਾ ਕੁਝ ਦੇਖ ਕੇ ਹੈ ਨਾ ਕਦੇ ਇਹਨਾਂ ਨਾਲ ਫਰਕ ਨਹੀਂ ਸਮਝਿਆ, ਕਦੇ ਤੁਹਾਡੇ ਨਾਲ ਫਰਕ ਨਹੀਂ ਸਮਝਿਆ ਹੈ ਨਾ, ਕਿ ਇਹ ਮੇਰੇ ਬੱਚੇ ਨੇ, ਕਦੇ ਉਹਨਾਂ ਨੇ ਇਹ ਚੀਜ਼ ਦਿਖਾਈ ਹੋਵੇ, ਇਹਨਾਂ ਨੂੰ ਇਹ ਆਖਿਆ ਕਿ ਇਹ ਬੱਚੇ ਤੁਹਾਡੇ ਨੇ ਹੈ ਨਾ, ਕਾਗਜ਼ਾਂ ਵਿੱਚ ਵੀ ਇਹ ਬੱਚੇ ਤੁਹਾਡੇ ਨੇ, ਉਂਝ ਵੀ ਨਾ ਬੱਚੇ ਤੁਹਾਡੇ ਨੇ। ਇਹਨੂੰ ਆ ਬੇਟੇ ਨੂੰ ਛੋਟੇ ਹੁੰਦੇ ਨੂੰ ਇਹਨਾਂ ਨੇ ਪਾਲਿਆ, ਇੱਥੇ ਹੀ ਰਿਹਾ ਜ਼ਿਆਦਾ ਟਾਈਮ, ਇਹ ਇਹਨਾਂ ਨੇ ਪਾਲਿਆ ਵਾ ਇਹਨੂੰ। ਇਹ ਛੋਟਾ ਹੁੰਦਾ ਸੀ ਬਹੁਤ ਜ਼ਿਆਦਾ, ਹੁਣ ਵੀ ਇਹਦਾ ਆ ਛੋਟੇ ਮਮਾ ਇੰਨਾ ਪਿਆਰ ਕਰਦੇ ਆ ਬਹੁਤ ਜ਼ਿਆਦਾ। ਆਂਦਾ ਇਹਦੀ ਇਹੀ ਜੀ ਗੱਲ ਹੈ, ਇਹ ਆ ਕੇ ਸਾਰਿਆਂ ਨੂੰ ਜੱਫੀਆਂ ਪਾਣ ਲੈਂਦਾ, ਨਾਨੀ ਨੂੰ ਆਪਣੇ ਕਿਸ ਕਰ ਲੈਂਦਾ ਸਾਰਿਆਂ ਨੂੰ। ਇਹ ਇਦਾਂ ਇਹ ਥੋੜਾ ਜਿਹਾ ਲੋਟ ਆਈ ਆ, ये तो दादी को जिये ने लगावा, ये तो मेरे को रहा है। ਇੱਥੇ ਹੀ ਰਹਿੰਦੇ, ਅੱਛਾ, ਤੁਹਾਡੇ ਕੋਲ ਹੀ ਰਹਿੰਦਾ ਇੱਥੇ ਹੀ ਰਹਿੰਦੇ। ਹਾਂਜੀ, ਸ਼ੁਰੂ ਤੋਂ ਇੱਥੇ ਖੇਡੇ ਪਲੇ ਵਧੇ ਸਾਰਾ ਵੀ ਨਾਨੀ ਨਾਲ ਪਿਆਰ ਪਿਆ। ਹੁਣ ਕਿਤੇ ਜਾ ਕੇ ਜੀ ਲੱਗਦਾ, ਪਿੰਡ ਜਾਂ ਨਵੇਂ ਬਾਈ ਦੇ ਆਪਣੇ ਦਾਦਾ ਦਾਦੀ ਕੋਲੇ, ਉੱਥੇ ਬਿਲਕੁਲ ਨਹੀਂ ਜੀ ਲੱਗਦਾ। ਯਾਦ ਇੱਥੋਂ ਆਉਂਦੀ ਆ, ਇੱਥੇ ਵਿਹੜੇ 'ਚ ਅਸੀਂ ਖੇਡਦੇ ਆ, ਨਾਨੀ ਨੇ ਕਦੇ ਅਸੀਂ ਡਿੱਗਣਾ, ਭੱਜ ਕੇ ਚੱਕਣਾ, ਜੱਫੀ ਪਾਉਣੀ, ਉਹ ਸਾਰਾ ਕੁਝ ਯਾਦ ਆ ਜਾਂਦਾ। ਅੱਛਾ ਬੇਬੇ, ਫਿਰ ਕਿੰਨਾ ਕੁ ਸਕੂਨ ਮਿਲਦਾ ਹੈਗਾ ਜਦੋਂ ਪੋਤੇ ਪੋਤੀਆਂ ਦੋਤੇ ਦੋਤੀਆਂ ਦੇਖਦੇ ਹੋ, ਕਿੰਨਾ ਕੁ ਸਕੂਨ ਮਿਲਦਾ ਉਦੋਂ ਫਿਰ? ਐਂ ਕਹੀਦਾ ਵੀ ਜਿਹੜਾ ਕੁਛ ਕੀਤਾ ਸੀ ਮੈਨੂੰ ਹੁਣ ਸੁੱਖ ਆ ਵੀ ਮੇਰੇ ਜਵਾਕ ਤਾਂ ਹੈਗੇ ਆ। ਹਾਂ, ਘਰ ਆ ਨਹੀਂ ਤਾਂ ਨਹੀਂ ਸਹੀ, ਉਹ ਪੋਤੇ ਦੋਤੇ ਦੇਖ ਕੇ ਗਿਆ। ਅੱਛਾ, ਹਾਂਜੀ, ਸ਼ੁਕਰ ਕਰਦੇ ਹੋ ਮਾਲਕ ਦਾ? ਮਾਲਕ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਮੈਂ। ਕਿਸੇ ਦਾ ਤਾਂ ਕੁਛ ਵੀ ਨਹੀਂ ਹੈਗਾ, ਇਹੀ ਹੈ ਸੋਚ ਕੇ ਇਹ ਕੀਤਾ। ਅੱਛਾ, ਉਹ ਫੈਸਲੇ ਤੇ ਕੋਈ ਅਫਸੋਸ ਤਾਂ ਨਹੀਂ ਹੈਗਾ ਵੀ ਮੈਂ ਉਹ ਫੈਸਲਾ ਕਰਿਆ, ਉਹ ਵਿਆਹ ਕਰਿਆ ਆਪਣੇ ਘਰ ਵਾਲੇ ਦਾ? ਕੋਈ ਅਫਸੋਸ ਨਹੀਂ ਹੈਗਾ। ਅੱਛਾ, ਮੈਂ ਕਹਿੰਦੀ ਬਹੁਤ ਵਧੀਆ ਇਹੀ ਜ਼ਿੰਦਗੀ ਬਹੁਤ ਠੀਕ ਆ। ਠੀਕ ਹੈ, ਹਾਂਜੀ, ਕੀ ਬਾਤ ਹੈ। ਉਹ ਕਹਿੰਦੇ ਨੇ ਵੀਰ ਜੀ, ਕਹਿੰਦੇ ਹੁੰਦੇ ਆ ਜ਼ਿੰਦਗੀ ਜੇ ਜੀਣੀ ਹੈ ਤਾਂ ਰਿਸਕ ਤਾਂ ਲੈਣਾ ਹੀ ਪੈਂਦਾ। ਰਿਸਕ ਲਿਆ ਕਈ ਵਾਰੀ ਆਪਣੇ ਰਾਸ ਆ ਜਾਂਦਾ ਹੁੰਦਾ, ਅੱਜ ਇਹਨਾਂ ਦੇ ਉਹੀ ਰਾਸ ਆ ਜੇ ਚੁੱਕੇ ਮੈਂ ਨੇ। ਬਿਮਾਰ ਵੀ ਹੋਵਾਂ ਤਾਂ ਇਹ ਰਾਤ ਨੂੰ ਇਹਨੇ ਨੰਬਰਾਂ ਤੇ ਨਿਸ਼ਾਨੀ ਲਾਈ ਵੀ ਆ। ਇਹ ਅਨਪੜ੍ਹ ਆ ਥੋੜੀ ਜਿਹੀ, ਤੇ ਜਦੋਂ ਫੋਨ ਕਰ ਦਿੰਦੀ ਹੈ ਇਹਨਾਂ ਨੂੰ ਵੀ ਤੁਹਾਡੀ ਬੜੀ ਮੰਮੀ ਬਿਮਾਰ ਆ। ਅੱਛਾ, ਕਦੇ ਉਹ ਬਿਮਾਰ ਹੋਈ ਹੋਵੇ, ਉਹ ਤੁਹਾਡੀ ਸੇਵਾ ਕਰਦੇ ਆ, ਉਹ ਛੋਟੇ ਭੈਣ ਹੋਰੀ? ਉਹੀ ਬਣਾ ਕੇ ਦਿੰਦੀ ਆ, ਫਿਰ ਰੋਟੀ ਪਾਣੀ ਸਭ ਕੁਝ। ਦਵਾਈ ਕੋਈ ਵੀ ਝੱਟ ਲਿਆ ਜਾ ਕੇ, ਮੈਂ ਆਪ ਦੀ ਲੈ ਆਉਣੀ ਆ। ਅੱਛਾ, ਹਾਂਜੀ, ਅੱਛਾ, ਦੋਨੇ ਇੱਕ ਦੂਜੇ ਦਾ ਸਾਥ ਦਿੰਦੇ ਹੋ? ਜੇ ਇਹ ਬਿਮਾਰ ਹੋ ਜਾਣ ਤਾਂ ਉਹ ਸਾਥ ਦਿੰਦੇ ਆ, ਹੈ ਭੈਣ? ਹਾਂਜੀ, ਜੇ ਉਹ ਉਹ ਹੁਣ ਫਿਰ ਕੁੜੀ ਨੂੰ ਫੋਨ ਕਰੀਦਾ ਵੀ ਕੁੜੀਏ ਭਾਈ ਹਰਪ੍ਰੀਤ ਨੂੰ ਲੈ ਕੇ ਜਾਓ। ਅੱਛਾ, ਹਾਂਜੀ, ਇਹਨਾਂ ਨੂੰ ਜ਼ਿਆਦਾ ਫਿਕਰ ਹੁੰਦੀ ਹੈ ਸਗੋਂ ਵੀ ਉਹਨੂੰ ਕੁਝ ਹੋ ਨਾ ਜਾਵੇ ਜਲਦੀ ਲੈ, ਕਿਉਂਕਿ ਉਹ ਇੱਕ ਦੋ ਵਾਰੀ ਇਹਨਾਂ ਹਸਪੀਟਲ ਨੂੰ ਜਾ ਕੰਮ ਕਰਨਾ ਪਊਗਾ। ਸ਼ੂਗਰ ਦੀ ਪ੍ਰੋਬਲਮ ਆ ਥੋੜੀ ਜਿਹੀ ਉਹਨਾਂ ਨੂੰ, ਇਸ ਕਰਕੇ ਇਹ ਜ਼ਿਆਦਾ ਕਹਿੰਦੇ ਵੀ ਛੇਤੀ ਇਹਨੂੰ ਲੈ ਕੇ ਜਾਓ, ਇਹਨੂੰ ਨਾ ਕੁਝ ਹੋ ਜਾਏ। ਇਹ ਕਹਿੰਦੇ ਮੈਂ ਠੀਕ ਆ, ਮੈਨੂੰ ਕੁਝ ਨਹੀਂ ਹੁੰਦਾ, ਜਿੰਨੇ ਚਿਰ ਮੈਂ ਸਾਈਕਲ ਚਲਾਉਂਦੀ ਹੁੰਦਾ ਟਾਈਮ ਮੈਂ ਵਧੀਆ। ਅੱਛਾ, ਹੁਣ ਵੀ ਸਾਈਕਲ ਚਲਾਉਂਦੀ ਸਾਈਕਲ ਚਲਾਉਂਦੇ ਕੀ ਬਾਤ ਹੈ। ਉਹ ਆਪਾਂ ਸ਼ੂਟ ਕਰਨਾ ਸਾਈਕਲ ਬਣ ਆਪਾਂ ਸਾਈਕਲ ਬਿਨਾ ਮੈਂ ਤੁਰ ਨਹੀਂ ਸਕਦੀ ਸ਼ੇਰਾ। ਅੱਛਾ, ਕੀ ਬਾਤ ਹੈ। ਜੇ ਮੈਂ ਇੰਨਾ ਕਿਲਾ ਵਾਟ ਨਹੀਂ ਤੁਰ ਸਕਦੀ, ਮੈਂ ਸਾਈਕਲ ਤੇ ਮੈਂ ਇੱਥੋਂ ਤੇ 10 ਕਿਲੋਮੀਟਰ ਵੀ ਗੇੜਾ ਕੱਢਿਆ ਹੋਊਗੀ। ਕਿੰਨੇ ਸਾਲ ਦੀ ਉਮਰ ਹੋਊ ਬੇਬੀ? ਮੇਰੇ 75ਵਾਂ ਜਾਂਦਾ ਸਾਲ। ਅੱਛਾ, 75 ਸਾਲਾਂ ਦੀ ਉਮਰ। ਹਾਂ, 1949 ਦਾ ਜਨਮ ਮੇਰਾ 6ਵੇਂ ਮਹੀਨੇ ਦਾ। ਅੱਛਾ, ਹਾਂਜੀ, ਕੀ ਬਾਤ ਹੈ। ਅੱਛਾ, ਫਿਰ ਪੋਤੇ ਪੋਤੀਆਂ ਕਦੇ ਇਹ ਖਿਜਾਉਂਦੇ ਹੁੰਦੇ ਆ ਵੀ ਬੇਬੇ ਉਦੋਂ ਵਿਆਹ ਕਿਵੇਂ ਹੋਇਆ ਸੀ ਤੇਰਾ, ਜਾਂ ਦੂਜਾ ਵਿਆਹ ਕਿਵੇਂ ਕਰਿਆ ਸੀ? ਇਹ ਗੱਲ ਕਦੇ ਹੁੰਦੀ ਆ? ਇਹ ਕਰਦੇ ਆ ਕਈ ਵਾਰੀ, ਕਿਵੇਂ ਕੀਤਾ ਤੈਂ ਕਾਹਤੇ ਕੀਤਾ, ਆਹ ਛੋਟੇ ਜਿਹੜੇ ਨੇ ਦੋਨੇ। ਹਾਂ, ਮੈਂ ਕਹਿੰਦੇ ਮੈਂ ਕੀਤਾ, ਤੁਹਾਨੂੰ ਕੀ ਲੈਣਾ, ਜਾਓ ਬੜੇ ਚੁੱਪ ਕਰਕੇ। ਅੱਛਾ, ਕੀ ਬਾਤ ਹੈ। ਤੇ ਇਹ ਬੇਬੇ ਫੋਟੋ ਬਹੁਤ ਸੋਹਣੀ ਖਿਚਾਈ ਹੈ, ਇਹ ਪੋਜ ਬਹੁਤ ਸੋਹਣਾ ਦਿੱਤਾ ਹੋਇਆ ਤੁਸੀਂ। ठंडे ठंडे दे दे। ਸੋ ਬਹੁਤ ਸਮਾਂ ਦਿੱਤਾ ਬਾਈ ਭੈਣੇ ਤੁਹਾਡੇ ਪਰਿਵਾਰ ਨੇ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਤੁਹਾਡੇ ਪਰਿਵਾਰ ਦੀ। ਹੁਣ ਮੋਰੇ ਬਣਾਓ ਪਤਾ। ਸੋ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਸੋ ਇਹ ਕਹਾਣੀ ਕਿਵੇਂ ਦੀ ਲੱਗੀ, ਤੇ ਅੱਗੇ ਤੋਂ ਅੱਗੇ ਇਹ ਕਹਾਣੀ ਨੂੰ ਸ਼ੇਅਰ ਵੀ ਕਰਿਓ। ਬਹੁਤ ਵੱਖਰੀ ਕਹਾਣੀ ਹੈ ਇਹ ਪਰਿਵਾਰ ਦੀ। ਜੇ ਤੁਹਾਡੀ ਜ਼ਿੰਦਗੀ ਦੀ ਵੀ ਕੋਈ ਐਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤੁਹਾਡੇ ਇੱਕ ਇੰਸਟਾਗ੍ਰਾਮ ਆਈਡੀ ਦਾ ਲਿੰਕ ਹੈ, ਉਹਦੇ ਉੱਤੇ ਮੈਸੇਜ ਕਰਕੇ ਸਾਡੇ ਨਾਲ ਰਾਬਤਾ ਜ਼ਰੂਰ ਕਾਇਮ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਇਹ ਇੰਟਰਵਿਊ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ। ਕਮੈਂਟ ਕਰਕੇ ਇਹ ਵੀ ਦੱਸਿਓ ਕਿ ਇਹ ਇੰਟਰਵਿਊ ਕਿਵੇਂ ਦੀ ਲੱਗੀ ਤੇ ਪਰਿਵਾਰ ਦਾ ਪਿਆਰ ਕਿਵੇਂ ਦਾ ਲੱਗਿਆ। ਬਹੁਤ ਬਹੁਤ ਸ਼ੁਕਰਾਨਾ। ਦੇਖਦੇ ਰਹੋ ਘੈਂਟ ਪੰਜਾਬੀ।